इन्ने बड़े दोष बैंस साहब ते तुसी लाते जदों नाल सी उदों दिसे नहीं तुहानूं ये दोष। पर बैंस साहब ऐसा एक चेहरा है ਜਿਹੜਾ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਸੋਚਦਾ ਵੀ ਇਮਾਨਦਾਰੀ ਦਾ ਇੱਕ ਬਹੁਤ ਵੱਡਾ ਝੰਡਾ ਹੈ। ਪਰ ਪੈਸਾ ਬਾ ਕਰਨ ਵਾਲਾ ਨਹੀਂ, ਤੁਹਾਨੂੰ ਕੱਲੀ ਠੋਕ ਕੇ ਗੱਲ ਦਾ ਜਵਾਬ ਦਿਆਂਗਾ। ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਲੈ ਕੇ ਜਾਵਾਂਗਾ। ਤੁਸੀਂ ਲੋਕਾਂ ਨੂੰ ਬੇਵਕੂਫ ਬਣਾਇਆ। ਬੈਂਸ ਸਾਹਿਬ ਇਹਦੇ 'ਚ ਕਿਉਂ ਨਹੀਂ ਜਵਾਬ ਦਿੱਤਾ ਵੀ ਬਲਵਿੰਦਰ ਸਿੰਘ ਭੁੰਦੜੀ ਜਿਹੜਾ ਇਸ ਘੁਟਾਲੇ ਦੇ ਫੜਿਆ ਗਿਆ ਵੀ ਇਹਨਾਂ ਦਾ ਫਾਈਨਾਂਸਰ ਰਿਹਾ ਇਲੈਕਸ਼ਨਾਂ ਦੇ ਵਿੱਚ। ਕਿਹਦਾ ਫਾਈਨਾਂਸਰ ਰਿਹਾ? ਸਿਮਰਜੀਤ ਸਿੰਘ ਬੈਂਸ ਦਾ। ਤੋਂ 200 ਕਰੋੜ ਰੁਪਇਆ ਕਿਹੜੇ ਖਾਤੇ ਦੇ ਵਿੱਚ ਸਰਕਾਰੀ ਜਮ੍ਹਾਂ ਹੋਇਆ? ਬੈਂਸ ਸਾਹਿਬ ਇਸ ਗੱਲ ਦਾ ਜਵਾਬ ਦੇਣ। ਕਿਹੜਾ 200 ਕਰੋੜ ਰੁਪਏ ਜਿੰਦਾ ਬੈਂਸ ਸਾਹਿਬ ਨੇ ਜ਼ਿਕਰ ਕੀਤਾ ਸੀ ਵੀ ਘੁਟਾਲਾ। ਭਾਜੀ ਉਹ ਹੰਕਾਰ ਨਾਲ ਭਰੇ ਹੋਏ ਬੰਦੇ ਨੇ, ਉਹਨਾਂ ਨੂੰ ਪਤਾ ਨਹੀਂ ਕਿਹੜਾ ਐਸਾ ਸੁਪਨਾ ਆ ਗਿਆ ਵੀ ਕਿੰਨੇ ਕਹਿਤਾ ਵੀ ਮੈਂ ਸੀਐਮ ਬਣ ਜਾਵਾਂਗਾ ਇਹਨਾਂ ਹਰਕਤਾਂ ਨਾਲ। ਰਾਜਾ ਜੀ ਸਵਾਲ ਤਾਂ ਸਰਕਾਰਾਂ ਨੂੰ ਕੀਤੇ ਜਾਂਦੇ ਹੁੰਦੇ ਆ ਜੀ। ਜੋ ਬੰਦਾ ਵਿਧਾਨ ਸਭਾ 'ਚ ਜਾ ਕੇ ਓਪੋਜੀਸ਼ਨ ਦੀ ਭੂਮਿਕਾ ਨਿਭਾ ਰਿਹਾ ਹੈ, ਇੰਨੇ ਸਵਾਲ ਕਰਦਾ ਹੈ, ਤੁਸੀਂ ਉਸੇ ਤੇ ਹੀ ਸਵਾਲ ਕਰ ਰਹੇ ਹੋ। ਸਿਰਫ ਰੌਲਾ ਪਾ ਰਿਹਾ ਨਾ ਕੀ ਗਤੀਵਿਧੀਆਂ ਇਹ ਨੇ। ਜਦੋਂ ਬੈਂਸ ਸਾਹਿਬ ਨੂੰ ਸਵਾਲ ਕੀਤਾ ਜਾਵੇ, ਬੈਂਸ ਸਾਹਿਬ ਅਸੀਂ ਸੈਂਡ ਮਾਫੀਆ ਦੇ ਧਰਨੇ ਪ੍ਰਦਰਸ਼ਨ ਲਾ ਕੇ ਆ ਵੀ ਸੈਂਡ ਤਾਂ ਸਸਤੀ ਨਹੀਂ ਹੋ ਰਹੀ। ਬੈਂਸ ਸਾਹਿਬ ਅਸੀਂ ਫਲਾਣਾ ਸਟਿੰਗ ਆਪਰੇਸ਼ਨ ਕਰਕੇ ਆਏ ਆ, ਛੋਟਾ ਮੁਲਾਜ਼ਮ ਫੜ ਲਿਆ, ਪਰ ਆਪਾਂ ਵੱਡਿਆਂ ਨੂੰ ਨਹੀਂ ਫੜ ਰਹੇ, ਨਾ ਹੀ ਛੋਟਿਆਂ ਨੂੰ ਕੋਈ ਸਜ਼ਾ ਹੋ ਰਹੀ ਹੈ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਥੋੜੇ ਦਿਨ ਪਹਿਲਾਂ ਲੁਧਿਆਣਾ ਦੇ ਜਸਵਿੰਦਰ ਸਿੰਘ ਰਾਜਾ ਸਾਹਮਣੇ ਆਏ ਤੇ ਸਿਮਰਜੀਤ ਸਿੰਘ ਬੈਂਸ ਦੇ ਉੱਤੇ ਵੱਡੇ ਦੋਸ਼ ਲਾਤੇ। ਰਿਵਾਜ ਬਣਦਾ ਜਾ ਰਿਹਾ ਹੈ ਕਿ ਕੋਈ ਵੀ ਪੁਰਾਣਾ ਸਾਥੀ ਉੱਠਦਾ ਹੈ ਤੇ ਦੋਸ਼ ਲਾ ਦਿੰਦਾ ਹੈ। ਤਾਂ ਸਵਾਲ ਹੈ ਕਿ ਜਦੋਂ ਨਾਲ ਹੁੰਦੇ ਉਦੋਂ ਇਹ ਗੱਲਾਂ ਕਿਉਂ ਨਹੀਂ ਹੁੰਦੀਆਂ? ਕੀ ਵੱਖ ਹੋਣ ਤੋਂ ਬਾਅਦ ਹੀ ਦੋਸ਼ ਲੱਗਦੇ ਆ? ਕੀ ਇਹ ਨਿੱਜੀ ਸਵਾਰਥ ਵਾਸਤੇ ਦੋਸ਼ ਲਾਏ ਜਾਂਦੇ ਆ? ਜਸਵਿੰਦਰ ਸਿੰਘ ਰਾਜਾ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਜੀ ਡੇਲੀ ਪੋਸਟ ਤੇ। ਬਹੁਤ ਬਹੁਤ ਧੰਨਵਾਦ ਮੱਕੜ ਜੀ, ਤੇ ਡੇਲੀ ਪੋਸਟ ਦੇਖ ਰਹੇ ਸਾਰੇ ਤੁਹਾਡੇ ਵਿਊਅਰਸ ਦਾ ਬਹੁਤ ਬਹੁਤ ਥੈਂਕਸ ਤੇ ਬਹੁਤ ਬਹੁਤ ਜੀ। ਇੰਨੇ ਵੱਡੇ ਦੋਸ਼ ਬੈਂਸ ਸਾਹਿਬ ਤੇ ਤੁਸੀਂ ਲਾਤੇ ਜਦੋਂ ਨਾਲ ਸੀ ਉਦੋਂ ਦਿਸੇ ਨਹੀਂ ਤੁਹਾਨੂੰ ਇਹ ਦੋਸ਼? ਬੜੀ ਪੁਖਤਾ ਗੱਲ ਕੀਤੀ ਹੈ ਜੀ ਤੁਸੀਂ। ਆਮ ਤੌਰ ਤੇ ਅੱਜ ਤੱਕ ਦੀ ਜਿਹੜੀ ਰਾਜਨੀਤੀ ਹੈ ਇਦਾਂ ਹੀ ਹੁੰਦਾ ਰਿਹਾ। ਬਟ ਇਹ ਸਵਾਲ ਉਹਨਾਂ ਸਾਥੀਆਂ ਤੇ ਨਹੀਂ ਉੱਠਦਾ ਜਿਨ੍ਹਾਂ ਦਾ ਮਕਸਦ ਰਾਜਨੀਤੀ ਨਾ ਹੋਵੇ। ਜਿਨ੍ਹਾਂ ਨੇ ਰਾਜਨੀਤੀ ਕਰਨੀ ਹੈ ਉਹ ਇੱਕ ਦੂਜੇ ਦੇ ਉੱਤੇ ਚਿੱਕੜ ਉਛਾਲਣ ਦਾ ਕੰਮ ਕਰ ਸਕਦੇ ਨੇ, ਉਹ ਗੱਲ ਵੱਖਰੀ ਹੈ। ਮੈਂ ਗੱਲ ਕਰਨਾ ਪਿਛਲੇ ਸਮੇਂ ਦੌਰਾਨ ਹੀ, ਤੁਹਾਨੂੰ ਪਤਾ ਵੀ ਇੱਕ ਦਿੱਲੀ ਤੋਂ ਧਰਨੇ ਲੱਗੇ, ਪਾਰਟੀਆਂ ਖੜੀਆਂ ਹੋਈਆਂ, ਇਨਕਲਾਬ ਦਾ ਨਵੇਂ ਸਿਰੋਂ ਲੋਕਾਂ ਦੇ ਵਿੱਚ ਇੱਕ ਜਨੂਨ ਪੈਦਾ ਹੋ ਗਿਆ। ਉਸੇ ਜਨੂਨ ਦੇ ਵਿੱਚੋਂ ਕ੍ਰਾਂਤੀਕਾਰੀ ਰੂਪ ਦੇ ਵਿੱਚ ਇੱਕ ਆਵਾਜ਼ ਉੱਭਰ ਕੇ ਆ ਗਈ। ਇਹਦੀ ਸਮਝ ਕਿੱਥੋਂ ਆਣੀ ਹੈ? ਉਹ ਕ੍ਰਾਂਤੀ ਦਾ ਐਸਾ ਕੀੜਾ ਨੌਜਵਾਨ ਦੇ ਵਿੱਚ ਜਗਾ ਕੇ ਇਹੋ ਜਿਹੇ ਲੀਡਰ ਜਿਹੜੇ ਕਰਪਟ ਸਿਸਟਮ ਦਾ ਹਿੱਸਾ ਹੀ ਨੇ। ਠੀਕ ਹੈ, ਮੈਂ ਮੁੱਦੇ ਤੇ ਆਉਣਾ ਚਾਹੁੰਦਾ। ਤੁਸੀਂ ਸਾਫ਼ ਜੀ ਗੱਲ ਕਰੋ, ਐਡੇ ਵੱਡੇ ਦੋਸ਼ ਲਾਏ ਆ, ਕਿਸ ਬੇਸਿਸ ਦੇ ਉੱਤੇ ਤੁਸੀਂ ਦੋਸ਼ ਲਾਏ ਆ? ਮੈਂ ਉਹੀ ਗੱਲ ਤੁਹਾਨੂੰ ਕਰ ਰਿਹਾ ਜੀ। ਦੋਸ਼ ਇਸ ਗੱਲ ਹੀ ਲਾਏ ਨੇ, ਅਸੀਂ ਇੱਕ ਜਿਹੜੀ ਟੀਮ ਤੁਹਾਨੂੰ ਦੱਸਿਆ ਸੀ ਕ੍ਰਾਂਤੀ ਦੀ ਗੱਲ ਕਰਕੇ ਸਾਰੇ ਸਾਥੀ ਛੱਡ ਕੇ, ਜਦੋਂ ਉਹੀ ਸਵਾਲ ਜਸਵਿੰਦਰ ਸਿੰਘ ਰਾਜਾ, ਜਿਹਨੂੰ ਰਾਜਾ ਬੈਂਸ ਵੀ ਕਿਹਾ ਜਾਂਦਾ ਸੀ, ਜਿਹਨੂੰ ਉਹਨਾਂ ਨੇ ਆਪਣਾ ਭਰਾ ਵੀ ਕਿਹਾ, ਉਹਨੇ ਚੁੱਕਣੇ ਸ਼ੁਰੂ ਕੀਤੇ ਪਾਰਟੀ ਪਲੇਟਫਾਰਮ ਦੇ ਉੱਤੇ। ਉਹਨੂੰ ਕਿਸੇ ਗੱਲ ਦਾ ਜਵਾਬ ਨਹੀਂ ਮਿਲਿਆ। ਜਦੋਂ ਉਹਨਾਂ ਗੱਲਾਂ ਦਾ ਜਵਾਬ ਨਹੀਂ ਮਿਲਿਆ, ਮੈਂ ਅਸਤੀਫਾ ਦੇ ਦਿੱਤਾ। ਅਸਤੀਫਾ ਦੇਣ ਤੋਂ ਬਾਅਦ ਮੇਰੇ ਬਾਰੇ ਵੀ ਇਹਨਾਂ ਨੇ ਗੱਲਾਂ ਅਖਬਾਰ 'ਚ ਵੀ ਦੇ ਦਿੱਤਾ ਵੀ ਅਸੀਂ ਉਹਨੂੰ ਪਾਰਟੀ 'ਚੋਂ ਕੱਢਿਆ। ਪਾਰਟੀ 'ਚ ਕੱਢਣ ਦੇ ਵਿੱਚ ਲਿਖਿਆ ਜੀ ਪਾਰਟੀ ਦੇ ਖਿਲਾਫ ਗਤੀਵਿਧੀਆਂ। ਮੈਂ ਉਹਨਾਂ ਨੂੰ, ਜਦੋਂ ਉਹਨਾਂ ਨੂੰ ਲੋਕਾਂ ਨੇ ਸਵਾਲ ਕੀਤਾ ਵੀ ਉਹ ਗਤੀਵਿਧੀਆਂ ਕੀ ਨੇ, ਕੀ ਗਤੀਵਿਧੀਆਂ ਇਹ ਨੇ, ਜਦੋਂ ਬੈਂਸ ਸਾਹਿਬ ਨੂੰ ਸਵਾਲ ਕੀਤਾ ਜਾਵੇ, ਬੈਂਸ ਸਾਹਿਬ ਅਸੀਂ ਸੈਂਡ ਮਾਫੀਆ ਦੇ ਧਰਨੇ ਪ੍ਰਦਰਸ਼ਨ ਲਾ ਕੇ ਆ ਵੀ ਸੈਂਡ ਤਾਂ ਸਸਤੀ ਨਹੀਂ ਹੋ ਰਹੀ। ਬੈਂਸ ਸਾਹਿਬ ਅਸੀਂ ਫਲਾਣਾ ਸਟਿੰਗ ਆਪਰੇਸ਼ਨ ਕਰਕੇ ਆਏ ਆ, ਛੋਟਾ ਮੁਲਾਜ਼ਮ ਫੜ ਲਿਆ, ਪਰ ਆਪਾਂ ਵੱਡਿਆਂ ਨੂੰ ਨਹੀਂ ਫੜ ਰਹੇ, ਨਾ ਹੀ ਛੋਟਿਆਂ ਨੂੰ ਕੋਈ ਸਜ਼ਾ ਹੋ ਰਹੀ ਹੈ। ਇਹ ਪਾਰਟੀ ਦੇ ਖਿਲਾਫ ਗਤੀਵਿਧੀਆਂ ਨੇ। ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਬੈਂਸ ਸਾਹਿਬ ਨੂੰ ਕੀਤੀਆਂ ਗਈਆਂ। ਪਰ ਬੈਂਸ ਸਾਹਿਬ ਐਸਾ ਇੱਕ ਚਿਹਰਾ ਹੈ ਜਿਹੜਾ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਸੋਚਦਾ ਵੀ ਇਮਾਨਦਾਰੀ ਦਾ ਇੱਕ ਬਹੁਤ ਵੱਡਾ ਝੰਡਾ ਹੈ। ਪਰ ਮੈਂ ਦੱਸਣਾ ਚਾਹੁੰਦਾ, ਮੈਂ ਸਿਮਰਨਜੋਤ ਮੱਕੜ ਨੂੰ 10 ਮਿੰਟ ਪਹਿਲਾਂ ਮਿਲਿਆ, ਮੈਂ ਉਹਦੇ ਬਾਰੇ ਕੁਝ ਜਾਣਕਾਰੀ ਨਹੀਂ। ਮੈਂ ਕਿਵੇਂ ਉਹਦੇ ਬਾਰੇ ਕੋਈ ਗੱਲ ਕਹਿ ਦਿਆਂ? ਜਿਹਦੇ ਨਾਲ 13-14 ਸਾਲ ਸਮਾਂ ਰਿਹਾ, ਜਦੋਂ ਉਹਦੀਆਂ ਗੱਲਾਂ ਸੁਣਦੇ ਸੀ, ਇੱਕ ਚੀਜ਼ ਦਾ ਪ੍ਰਭਾਵ ਹੇਠ ਸੀ। ਜਦੋਂ ਅੱਖਾਂ ਖੁੱਲੀਆਂ ਸ਼ੁਰੂ ਹੋਈਆਂ, ਉਹਦੇ ਸਵਾਲ ਕਰਨੇ ਸ਼ੁਰੂ ਕੀਤੇ ਤੇ ਉਹਦੇ ਜਵਾਬ ਕੀ ਮਿਲਿਆ? ਤੁਸੀਂ ਵੇਰਕਾ ਵਾਲਾ ਇੱਕ ਸਟਿੰਗ ਉਸ ਮੰਤਰਾਲਿਆ ਦੇ ਉੱਤੇ ਬੀਜ ਜਿਹੜਾ ਇਸ ਘੁਟਾਲੇ ਦੇ ਫੜਿਆ ਗਿਆ ਵੀ ਇਹਨਾਂ ਦਾ ਕੈਂਡੀਡੇਟ ਦਾ ਪ੍ਰਚਾਰ ਕਰ ਰਿਹਾ। ਜਿਹੜਾ ਕਾਕਾ ਬਰਾੜ ਜਦੋਂ ਫੜਿਆ ਜਾਂਦਾ 5 ਨੰਬਰ ਥਾਣੇ 'ਚ ਹਲਕਾ ਦਾਖਾ ਤੋਂ ਬੈਂਸ ਹੁੰਦੇ ਤੇ ਪ੍ਰੂਫ ਵੀ ਹੈਗੇ ਨੇ। ਮੈਂ ਇੱਕ ਉਸ ਗੱਲ ਤਾਂ ਗੱਲ ਕਰਨਾ ਕਿਹਾ ਸੀਗਾ ਤੇ ਅਸੀਂ ਮੰਨ ਲਈਏ ਕਿ ਉਹ ਕਾਕਾ ਬਰਾੜ ਪਿੱਛੇ ਥਾਣੇ ਆਪਾਂ ਬੈਂਸ ਆ ਗਿਆ ਸੀ। ਐਸਾ ਘੁਟਾਲਾ ਉਹਨਾਂ ਨੇ ਕਿਉਂ ਸ਼ਾਂਤ ਹੋ ਕੇ ਬੈਠੇ ਰਹੇ? ਕਿਉਂ ਨਹੀਂ ਦਿੰਦੇ? ਕਿਹਦੀ ਟਿਕਟ ਪਾਰਦੀ ਹੈ ਨਾ ਤੁਹਾਡਾ ਪਾਰਟੀ ਦੇ ਵਿੱਚ, ਤੁਹਾਡਾ ਪਾਰਟੀ 'ਚ ਰਸੂਖ ਕੀ ਸੀਗਾ? ਮੈਂ ਉਹੀ ਦੱਸ ਰਿਹਾ ਨਾ, ਪਾਰਟੀ ਦੇ ਵਿੱਚ ਉਹਦਾ ਵੀ ਸਿਮਰਜੀਤ ਸਿੰਘ ਬੈਂਸ ਨੇ ਮੈਨੂੰ ਐਜ਼ ਅ ਸਪੋਕਸਪਰਸਨ ਦਾ ਦਿੱਤਾ। ਉਹ ਚਿੱਠੀ ਮੈਨੂੰ ਉਹਨਾਂ ਨੇ ਖੁਦ ਦਿੱਤੀ ਹੈ। ਉਸ ਦਾ ਹਾਂਜੀ। ਅੱਜ ਜਦੋਂ ਪੱਤਰਕਾਰ ਪੁੱਛਦੇ ਆ ਤੁਹਾਡੇ ਦੋਸ਼ਾਂ ਦੇ ਉੱਤੇ ਉਹ ਸਵਾਲ, ਉਹ ਤਾਂ ਕਹਿੰਦੇ ਕੋਈ ਸੀਐਮ ਲੈਵਲ ਦੀ ਗੱਲ ਕਰੋ। ਤੁਸੀਂ ਕਿਹਦੀ ਗੱਲ ਕਰ ਰਹੇ ਹੋ? ਤੁਸੀਂ ਏਦਾਂ ਕਰੋ, ਸਿਮਰਜੀਤ ਸਿੰਘ ਬੈਂਸ ਦਾ ਪੇਜ ਖੋਲ ਲਓ, ਹਰ ਸਟਿੰਗ ਚੈੱਕ ਕਰ ਲਓ, ਹਰ ਪ੍ਰੈਸ ਕਾਨਫਰੰਸ ਚੈੱਕ ਕਰ ਲਓ, ਤੇ ਉਹ ਜਿਸ ਬੰਦੇ ਨੂੰ ਗੁਆਂਢੀ ਨਹੀਂ ਜਾਣਦਾ, ਜਿਸ ਬੰਦੇ ਨੂੰ ਗੁਆਂਢੀ ਨਹੀਂ ਜਾਣਦਾ, ਉਹਨੂੰ ਬੈਂਸ ਸਾਹਿਬ ਆਪਣੇ ਨਾਲ ਸਪੋਕਸਪਰਸਨ ਬਣਾ ਰਹੇ। ਤੇ ਸਪੋਕਸਪਰਸਨ ਕੌਣ ਹੁੰਦਾ? ਪਾਰਟੀ ਪ੍ਰਧਾਨ ਦੀ ਆਵਾਜ਼ ਹੁੰਦਾ।
ਤੇ ਕਿਸ ਆਧਾਰ ਤੇ ਉਹਨਾਂ ਨੇ ਮੈਨੂੰ ਚਿੱਠੀ ਦੇਤੀ? ਭਾਜੀ ਉਹ ਹੰਕਾਰ ਨਾਲ ਭਰੇ ਹੋਏ ਬੰਦੇ ਨੇ, ਉਹਨਾਂ ਨੂੰ ਪਤਾ ਨਹੀਂ ਕਿਹੜਾ ਐਸਾ ਸੁਪਨਾ ਆ ਗਿਆ ਵੀ ਕਿੰਨੇ ਕਹਿਤਾ ਵੀ ਮੈਂ ਸੀਐਮ ਬਣ ਜਾਾਂਗਾ ਇਹਨਾਂ ਹਰਕਤਾਂ ਨਾਲ। ਉਹਨਾਂ ਦੇ ਹੁਣ ਹੰਕਾਰ ਔਰ ਜਿਹੜੀ ਭਾਸ਼ਾ ਉਹਨਾਂ ਦੀ ਅਰਬ, ਜਿਵੇਂ ਜੋਲ ਸਾਹਿਬ ਬਾਰੇ ਵੀ ਬੋਲੇ, ਮੈਂ ਤੁਹਾਨੂੰ ਇੱਥੋਂ ਤੱਕ ਦੱਸ ਰਿਹਾ, ਇਹ ਬੰਦਾ ਐਸਾ ਸ਼ਖਸ ਹੈ ਜਦੋਂ ਅਸੀਂ ਗੱਡੀ 'ਚ ਬਹਿ ਜਾਣਾ ਇਹ ਜਾਤ ਪ੍ਰਤੀ ਲੋਕਾਂ ਨੂੰ ਨਾਂ ਲੈ ਕੇ ਬੁਲਾਉਂਦਾ। ਅਗਰ ਰਾਮਗੜੀਆ ਭਾਈਚਾਰਾ ਗੁੱਲੀਗੜ੍ਹ ਦੇ ਲਫ਼ਜ਼ ਕੋਈ ਸ਼ਹਿਰੀ ਸਿੱਖ ਹੈ ਤਾਂ ਪਾਪਾ ਸ਼ਬਦ ਕਹਿ ਕੇ, ਜਦੋਂ ਇਹਨਾਂ ਗੱਲਾਂ ਦੇ ਉੱਤੇ ਮੈਂ ਟੋਕਦਾ ਰਿਹਾ ਸਮੇਂ ਦੇ ਉੱਤੇ। ਅੱਜ ਜ਼ਰੂਰਤ ਇਸ ਗੱਲ ਦੀ ਬਣ ਗਈ ਹੈ ਵੀ ਇਹੋ ਜਿਹੇ ਕ੍ਰਾਂਤੀਕਾਰੀ ਮੁਕੋਟੇ ਪਾ ਕੇ ਆਉਣ ਵਾਲੇ ਲੀਡਰਾਂ ਨੂੰ ਐਕਸਪੋਜ਼ ਕੀਤਾ ਜਾ ਸਕੇ। ਇਹ ਵੀ ਇੱਕ ਕ੍ਰਾਂਤੀ ਹੈ। ਪਰ ਜਿੰਨੇ ਲੀਡਰ ਸਾਹਮਣੇ ਆਉਂਦੇ ਆ ਇਹ ਸਿਰਫ ਗੱਲਾਂ ਨੇ, ਸਿਰਫ ਵਰਬਲ ਦੋਸ਼ ਲੱਗਦੇ ਆ, ਕਦੇ ਕੋਈ ਸਬੂਤ, ਇਮਾਨਦਾਰੀ ਜੇ ਨਹੀਂ ਹੈ ਤਾਂ ਕੋਈ ਸਬੂਤ ਤਾਂ ਦਿਓ ਨਾ। ਇਮਾਨਦਾਰੀ ਸਬੂਤ ਦੀ ਗੱਲ ਹੈ, ਬੈਂਸ ਸਾਹਿਬ ਐਨਏ ਸਟਿੰਗ ਆਪਰੇਸ਼ਨ ਕਰਦੇ ਨੇ। ਬੈਂਸ ਸਾਹਿਬ ਗੱਲ ਤੇ ਸੀਬੀਆਈ ਇਨਕੁਆਇਰੀ ਮੰਗਦੇ ਨੇ। ਬੈਂਸ ਸਾਹਿਬ ਦੇ ਉੱਤੇ 12 ਲੱਖ ਰੁਪਏ ਦਾ ਜੁਰਮਾਨਾ, ਜਿਹਦਾ ਕਮਿਸ਼ਨ ਵੀ ਲਿਖ ਲੈਣਾ ਵੀ ਬਿਜਲੀ ਚੋਰੀ ਦੇ ਕੱਪੜਿਆਂ ਦੀ ਗੱਲਾਂ ਕਰ ਰਹੇ ਨੇ। ਤੇ ਬੈਂਸ ਸਾਹਿਬ ਆਪਣੇ ਬਾਰੇ ਕਿਉਂ ਨਹੀਂ ਬੋਲਿਆ ਵੀ ਮੇਰੇ ਨਾਲ ਸਰਕਾਰ ਨੇ ਧੱਕਾ ਕੀਤਾ? ਸੀਬੀਆਈ ਦੀ ਇਨਕੁਆਇਰੀ ਮੰਗ ਸਕਦੇ ਹੈ ਨਾ ਆਪਾਂ, ਗੱਲ ਤੇ ਸੀਬੀਆਈ ਇਨਕੁਆਇਰੀ ਮੰਗਦੇ ਆ, ਹਰ ਵੇਲੇ ਦੋਸ਼ ਲਾ ਦਿੰਦੇ ਆ। ਬੈਂਸ ਸਾਹਿਬ ਚਿੱਟੇ ਦੀ ਗੱਲ ਕਰਦੇ ਆ, ਮੈਂ ਤੁਹਾਨੂੰ ਬੜੇ ਸਪਸ਼ਟ ਲਫ਼ਜ਼ਾਂ ਦਿਖਾ ਦਿੰਦਾ। ਵਿਦ ਪ੍ਰੂਫਾਂ ਦੀ ਗੱਲ ਕਰਾਂਗਾ। ਬੈਂਸ ਸਾਹਿਬ ਦੇ ਆਪਣੇ WhatsApp ਦੇ ਉੱਤੇ ਲੋਕ ਮੈਸੇਜ ਕਰਦੇ ਨੇ ਵੀ ਤੁਹਾਡੇ ਹਲਕੇ ਦੇ ਵਿੱਚ ਚਿੱਟਾ ਵਿਕ ਰਿਹਾ। ਬੈਂਸ ਸਾਹਿਬ ਉਹਦਾ ਕੋਈ ਜਵਾਬ ਨਹੀਂ ਦੇ ਰਹੇ ਪਰਸਨਲ ਫੋਨ ਦੇ ਉੱਤੇ। ਹਾਂਜੀ ਆ ਲਓ ਜੀ, 98550 99795 ਬੈਂਸ ਸਾਹਿਬ ਨਾਲ ਗੱਲ ਕੀਤੀ ਆ। ਚਿੱਟੇ ਵਾਲੀ ਭਾਬੀ ਗ੍ਰਿਫਤਾਰ ਹੋਈ ਹੈ। ਬੈਂਸ ਸਾਹਿਬ ਦੇ ਘਰ ਤੋਂ 4 ਗਲੀਆਂ ਦੂਰ ਹੈ। ਕਿ ਬੈਂਸ ਸਾਹਿਬ ਨੂੰ ਆਪਣੀ ਗਲੀਆਂ 'ਚ ਵਿਕ ਰਿਹਾ ਚਿੱਟੇ ਬਾਰੇ ਨਹੀਂ ਜਾਣਕਾਰੀ? ਕਿ ਬੈਂਸ ਸਾਹਿਬ ਅੱਖਾਂ ਬੰਦ ਕਰਨਾ ਚਾਹੁੰਦੇ, ਜਿਵੇਂ ਉਹਨਾਂ ਦੇ ਫਾਲੋਅਰ ਨੇ ਉਹਨਾਂ ਨੂੰ WhatsApp ਤੇ ਕੀਤਾ, ਤੇ ਬੈਂਸ ਸਾਹਿਬ ਦਾ ਅੱਜ ਤੱਕ ਕੋਈ ਰਿਪਲਾਈ ਨਹੀਂ। ਬੈਂਸ ਸਾਹਿਬ ਇੰਨੇ ਇਮਾਨਦਾਰ ਨੇ, ਉਹਨਾਂ ਦੇ ਆਪਣੇ ਖਾਸ ਸਾਥੀ ਗੱਡੀਆਂ 'ਚ ਬੈਠਣ ਵਾਲੇ ਟਿਕਟੋਕਾਂ ਦੇ ਜਿਹੜੇ ਇਹਨਾਂ ਦੇ ਸਾਥੀ ਇਹਨਾਂ ਦੇ ਨਾਲ ਗੱਡੀਆਂ 'ਚ ਬਹਿੰਦੇ ਨੇ, ਜਿਹੜੇ ਇਹਨਾਂ ਦੇ ਨਾਲ EMPLOYE ਕੰਮ ਕਰਦੇ ਨੇ। ਬੈਂਸ ਸਾਹਿਬ ਦੇ ਨਾਲ ਕੋਈ ਵੀ ਬੰਦਾ ਜੇ ਕੋਈ ਕੁਝ ਵੀ ਕਰ ਰਿਹਾ ਤਾਂ ਉਸ ਦੇ ਜ਼ਿੰਮੇਦਾਰ ਬੈਂਸ ਸਾਹਿਬ ਹੋਣਗੇ ਜਾਂ ਕੋਈ ਵੀ ਲੀਡਰ ਹੈ ਪੰਜਾਬ। ਚਾਰਾਂ ਦੀ ਜਿਹੜੀ ਪ੍ਰੋੜਤਾ ਹੁੰਦੀ ਉਹ ਵੋਟਾਂ ਰਾਹੀਂ ਜਿਹਨੂੰ ਪਾਉਂਦੇ ਨੇ, ਉਹ ਕੌਣ ਹੁੰਦਾ? ਜੋ ਆਪ ਆਪਣੀ ਗੱਡੀ 'ਚ ਬਹਿਣ ਵਾਲੇ ਆਪਣੇ ਸਾਥੀਆਂ ਆਪਣੀ ਗਲੀ ਮਹੱਲੇ ਦੇ ਵਿੱਚ ਉਹ ਚੀਜ਼ ਨੂੰ ਸਵਾਰ ਨਹੀਂ ਸਕਦਾ। ਕਿ ਪਤਾ ਨਸ਼ਾ ਕਰਨ ਵਾਲਾ ਬੰਦਾ ਕਿਸੇ ਤੋਂ ਛੁਪਿਆ ਤਾਂ ਨਹੀਂ ਰਹਿੰਦਾ, ਉਹਨੇ ਕਿਸੇ ਪ੍ਰਕਾਰ ਦਾ ਕਿਤੇ ਉਹ ਪ੍ਰਮੋਟ ਕਰ ਰਹੇ ਨੇ ਨਸ਼ੇ ਨੂੰ, ਤੇ ਦੂਜੇ ਚੱਕ ਰਹੇ। ਜਦੋਂ ਪੰਜਾਬ ਬੈਂਸ ਸਾਹਿਬ ਦੀ ਉਂਗਲ ਧਰੀ ਜਾ, ਇਲੈਕਸ਼ਨ ਕਮਿਸ਼ਨ ਨੂੰ ਦਿੱਤੇ ਵੇਰਵਾ ਦਿੱਤਾ ਹੈ, ਜਿੰਦਾ ਜਵਾਬ ਵੇਰਵਾ ਦਿੱਤਾ ਉਹਦਾ ਦੀ ਕੁੱਲ ਜਿਹੜੇ 9 ਸੀ ਪਹਿਲਾਂ ਕਿੰਨੇ ਸੀਗੇ? 5 ਹੁਣ ਕਿੰਨੇ ਹੋ ਗਏ? ਆ ਦੇਖੋ ਜੀ, ਆ ਹੱਦ ਬਸਤਾ ਨੰਬਰ ਵਾਈਜ਼ ਜਿਹੜੀਆਂ ਡਿਟੇਲ ਹੈ, ਆਨਲਾਈਨ ਪਿਆ ਡਾਟਾ ਮੇਰੇ ਕੋਲ, ਕੋਈ ਨਹੀਂ ਚੋਰੀ। ਜਿਹੜਾ ਵੀ ਬੰਦਾ ਦੇਖਣਾ ਚਾਹੁੰਦਾ ਕ੍ਰਿਮੀਨੈਲਿਟੀ ਔਰ ਐਕਸਪਲੇਨੇਸ਼ਨ ਜਿਹੜੀ ਐਫੀਡੇਵਿਟ ਦਿੱਤਾ ਜਾਂਦਾ ਇਲੈਕਸ਼ਨ ਕਮਿਸ਼ਨ ਆਨਲਾਈਨ ਪਿਆ, ਲੋਕੀ ਜਾ ਕੇ ਚੈੱਕ ਕਰ ਸਕਦੇ ਨੇ। ਆ ਦੇਖੋ ਜੀ, 1 2 3 ਤੁਸੀਂ ਗਿਣਤੀ ਕਰਦੇ ਜਾਓ, 33 34 ਦੇ ਕਰੀਬ ਬੰਦੇ ਨੇ। ਇਹ ਸਾਰੀਆਂ ਬੈਂਸ ਸਾਹਿਬ ਦੀਆਂ ਉਹ ਡਿਟੇਲ ਲੱਗੀ ਹੋਈ ਨਾਲ, ਕਿਹੜੇ ਸੰਨ 'ਚ ਖਰੀਦੀ ਪ੍ਰਾਪਰਟੀ, ਜਿੰਦਾ ਵੇਰਵਾ ਬੈਂਸ ਸਾਹਿਬ ਨੇ ਦਿੱਤਾ। ਉਹ ਤੁਸੀਂ ਕਹਿ ਰਹੇ ਹੋ 12 'ਚ ਨਹੀਂ ਲਾਈ, ਇਹ ਡਿਟੇਲ ਅਗਲੇ ਸਾਲ ਲਾਤੀ, ਅਗਲੇ ਇਲੈਕਸ਼ਨ 'ਚ ਮਤਲਬ 14 'ਚ। ਇਹ ਬੈਂਸ ਸਾਹਿਬ ਜਵਾਬ ਦੇਣਗੇ, ਇਲੈਕਸ਼ਨ ਕਮਿਸ਼ਨ ਨੇ ਇਹਦੇ ਤੇ ਕਿਉਂ ਨਹੀਂ ਕਾਰਵਾਈ? ਉਹਦੀ ਪ੍ਰਾਪਰਟੀ ਦੀ ਵੈਲਿਊ 8 ਕਰੋੜ 65 ਲੱਖ ਲੱਗ ਗਈ, ਘਟ ਗਈ। ਪ੍ਰਾਪਰਟੀਆਂ ਵਧ ਗਈਆਂ ਤੁਸੀਂ ਕਹਿ ਰਹੇ ਹੋ ਕਿ ਤੇ ਵੈਲਿਊ ਘਟ ਗਈ। ਹੁਣ ਉਹੀ ਪ੍ਰਾਪਰਟੀਆਂ ਦੀ ਵੈਲਿਊ ਜਦੋਂ ਬੈਂਸ ਸਾਹਿਬ ਅਗਲੇ ਇਲੈਕਸ਼ਨਾਂ 'ਚ ਆਉਂਦੇ ਨੇ 3 ਕਰੋੜ 95 ਲੱਖ ਰੁਪਏ ਰਹਿ ਜਾਂਦੇ ਨੇ ਟੋਟਲ। 2017 8 ਕਰੋੜ 9 ਕਰੋੜ 8 ਕਰੋੜ 65 ਲੱਖ ਦੇ ਨੇੜੇ ਸੀ, ਉਹ 3 ਕਰੋੜ ਦੀ ਰਹਿ ਗਈ ਤੁਸੀਂ ਕਹਿ ਰਹੇ ਹੋ। ਠੀਕ ਹੈ ਨਾ? ਉਹੀ ਪ੍ਰਾਪਰਟੀ 2019 ਦੇ ਵਿੱਚ ਵਾਪਸ 8 ਕਰੋੜ ਤੇ 70 ਲੱਖ ਦੇ ਕਰੀਬ ਰਹਿ ਜਾਂਦੀ ਹੈ। ਵੈਲਿਊ ਘਟ ਵੱਧ ਗਈ ਹੋਣੀ ਹੈ, ਵੈਲਿਊਏਸ਼ਨ ਹੁੰਦੀ ਹੈ ਪ੍ਰਾਪਰਟੀਆਂ ਦੀ। ਬਿਲਕੁਲ ਮੈਂ ਮੰਨ ਲੈਣਾ ਜੀ। ਅਗਰ ਬੈਂਸ ਸਾਹਿਬ ਇੰਨੇ ਇਮਾਨਦਾਰ ਨੇ, ਅਗਰ ਇਹ ਸਾਰਾ ਕੁਝ ਇਮਾਨਦਾਰੀ ਨਾਲ ਕਮਾਇਆ ਹੋਇਆ, ਤੇ ਬੈਂਸ ਸਾਹਿਬ ਨੂੰ ਮੈਂ ਸਿੱਧੀ ਆਫਰ ਦਿੰਦਾ, 9 ਕਰੋੜ ਦੀ ਪ੍ਰਾਪਰਟੀ ਅੱਜ ਦੇ ਰੇਟ 9.5 ਕਰੋੜ ਰੁਪਏ ਮੈਂ ਦੀਵਾਨ ਨੂੰ ਦਵਾਰਾਂ, 10 ਕਰੋੜ ਕਹਿਣ 11 ਕਰੋੜ ਕਹਿਣ, 2 ਕਰੋੜ ਦਾ ਪ੍ਰੋਫਿਟ ਦੀਵਾਨ ਨੂੰ ਤਿਆਰ। ਸਵੇਰੇ ਕਹਿ ਦੇਣਾ ਜੀ ਮੈਂ ਵੇਚਣ ਨੂੰ ਤਿਆਰ ਹਾਂ, ਪ੍ਰਾਪਰਟੀਆਂ ਖਰੀਦ ਲਓ। ਸਰ 2012 ਤੋਂ ਲੈ ਕੇ 2020 ਤੱਕ ਸਰਕਾਰੀ ਰੇਟ ਵੀ ਵੱਧ ਗਿਆ। ਜਿਸ ਏਰੀਆ ਦੀ ਹੈ ਆਲਮਗੀਰ ਰੋਡ ਮੇਨ ਹਾਈਵੇ ਦੇ ਨਾਲ ਦੀਆਂ ਲੱਗਦੀਆਂ ਪ੍ਰਾਪਰਟੀਆਂ ਨੇ, ਉਹਨਾਂ ਦਾ ਸਰਕਾਰੀ ਰੇਟ ਘਟਾ ਲਿਆ ਜਾਵੇ, ਮਾਰਕੀਟ ਰੇਟ ਤਾਂ ਬਾਅਦ ਦੀ ਗੱਲ। ਦੂਸਰੀ ਸਭ ਤੋਂ ਵੱਡੀ ਗੱਲ, ਜਿੰਨੇ ਸਟਿੰਗ ਆਪਰੇਸ਼ਨਾਂ ਦਾ ਨਤੀਜਾ ਮੈਂ ਤੁਹਾਨੂੰ ਦੱਸ ਦੇਣਾ, ਕਿਉਂਕਿ ਕਿਸੇ ਤੇ ਕੋਈ ਅੱਜ ਤੱਕ ਕਾਰਵਾਈ ਨਹੀਂ ਹੋਈ। ਨਾ ਬੈਂਸ ਸਾਹਿਬ ਨੇ ਪਾਣੀ ਦੇ ਮੁੱਦੇ ਦੀ ਰੌਲਾ ਪਾਇਆ, ਬੈਂਸ ਸਾਹਿਬ ਨੇ ਸੈਂਡ ਮਾਫੀਆ ਦਾ ਰੌਲਾ ਪਾਇਆ, ਬੈਂਸ ਸਾਹਿਬ ਨੇ ਦਵਾਈਆਂ ਦਾ ਮੁੱਦੇ ਦਾ ਰੌਲਾ ਪਾਇਆ। ਹਰ ਗੱਲ ਦੇ ਉੱਤੇ ਕਿਹਾ ਵੀ ਮੈਂ ਹਾਈ ਕੋਰਟ ਲੈ ਕੇ ਜਾਵਾਂਗਾ, ਸੁਪਰੀਮ ਕੋਰਟ ਲੈ ਕੇ ਜਾਵਾਂਗਾ। ਬੈਂਸ ਸਾਹਿਬ ਕਿਸੇ ਪ੍ਰਕਾਰ ਦਾ ਕੋਈ ਮੁੱਦਾ, ਵੇਰਕਾ ਦਾ ਪਾਸਪੋਰਟ ਆਫਿਸ ਦਾ ਜੀ ਬਟਾਲੇ ਦੇ ਵਿੱਚ ਡੀਸੀ ਕਾਰਵਾਈ ਨਹੀਂ ਕਰ ਰਿਹਾ ਸੀਗਾ, ਤਾਂ ਜੇ ਡੀਸੀ ਨੂੰ ਜਾ ਕੇ ਕਹਿਤਾ ਕਿ ਤੁਸੀਂ ਇੱਥੇ ਹਾਦਸੇ ਤੇ ਕਾਰਵਾਈ ਕਰੋ ਤਾਂ ਬੈਂਸ ਸਾਹਿਬ ਗਲਤ ਹੋ ਗਏ? ਮੈਂ ਨਹੀਂ, ਗਲਤ ਨਹੀਂ ਹੋ ਗਏ।
ਡੀਸੀ ਵਾਲੀ ਗੱਲ ਦਾ ਭਾਸ਼ਾ ਨਹੀਂ ਠੀਕ ਲੱਗਦੀ, ਉਦੋਂ ਤੁਸੀਂ ਵੀ ਨਾਲ ਹੀ ਹੁੰਦੇ ਸੀ ਰਾਜਾ ਜੀ, ਕੀ? ਜਦੋਂ ਪਹਿਲਾਂ ਲਾਈਵ ਹੁੰਦੇ ਸੀ ਨਹੀਂ, ਉਦੋਂ ਵੀ ਨਹੀਂ। ਤਾਂ ਆਹੀ ਭਾਸ਼ਾ ਹੁੰਦੀ ਸੀ, ਹੁਣ ਭਾਜੀ, ਜਿਹੜਾ ਭਾਸ਼ਾ ਬਦਲ ਗਈ। ਤੁਸੀਂ ਉਸ ਗੱਲ ਦਾ ਤੁਸੀਂ ਮੇਰੀ ਟਾਈਮਲਾਈਨ ਅੱਜ ਵੀ ਉਦੋਂ ਹੀ ਪਈ ਹੈ, ਜੋ ਉਦੋਂ ਵੀ ਮੈਂ ਪਾਰਟੀ ਪਲੇਟਫਾਰਮ ਤੋਂ ਕਿਹਾ ਵੀ ਲੋਕਾਂ ਦੇ ਚੁਣੇ ਨੁਮਾਇੰਦਿਆਂ ਨੂੰ ਇਦਾਂ ਦੀ ਭਾਸ਼ਾ ਜਿਹੜੀ ਹੈ ਚੰਗੀ ਨਹੀਂ ਲੱਗਦੀ। ਇਹ ਪਾਰਟੀ ਪਲੇਟਫਾਰਮ ਤੇ ਕਰਨ ਵਾਲੀਆਂ ਗੱਲਾਂ ਜਿਹੜੀਆਂ ਮੈਂ ਕਰਦਾ ਰਿਹਾ, ਬਟ ਜਿਹੜੇ ਇਹ ਸਾਰੇ ਕੱਪੜਿਆਂ ਦੇ ਕਿੱਥੇ ਨਾਲ ਸੀਗੇ? ਵੇਰਕਾ 'ਚ ਤੁਸੀਂ ਨਾਲ ਸੀਗੇ, ਜੀ। ਪਾਸਪੋਰਟ ਆਫਿਸ 'ਚ ਵੀ ਨਾਲ ਸੀਗੇ। ਬਿਲਕੁਲ ਸੀਗਾ ਜੀ। ਤੇ ਫਿਰ ਜੇ ਬਟਾਲੇ ਵੀ ਉਸੇ ਤਰ੍ਹਾਂ ਹੀ ਗਏ ਆ, ਲਾਈਵ ਉਸੇ ਤਰ੍ਹਾਂ ਹੀ ਹੋਏ ਆ। ਨਹੀਂ ਬਟਾਲੇ ਨਹੀਂ, ਦੇਖੋ ਭਾਸ਼ਾ ਦਾ ਬੋਲਣੀ ਇੱਕ ਬੜਾ ਵੱਡਾ ਫਰਜ਼ ਹੈ ਨਾ। ਲੋਕਾਂ ਦਾ ਚੁਣੇ ਨੁਮਾਇੰਦੇ ਦਾ ਕਿਸੇ ਆਫਿਸ ਦੇ ਵਿੱਚ ਜਾ ਕੇ ਬੜਾ ਵੱਡਾ ਇਹੀ ਗੱਲਾਂ ਜਿਹੜੀਆਂ ਤੁਸੀਂ ਨਾਲ ਸੀ ਉਦੋਂ ਨਹੀਂ ਤੁਸੀਂ ਰੋਕਿਆ? ਹੁਣ ਬਿਲਕੁਲ ਰੋਕਿਆ ਭਾਜੀ, ਮੈਂ ਉਸ ਟਾਈਮ ਬਟਾਲੇ ਨਾਲ ਨਹੀਂ ਸੀਗਾ, ਬਟ ਮੈਂ ਪਾਰਟੀ ਪਲੇਟਫਾਰਮ ਤੇ ਬੈਂਸ ਸਾਹਿਬ ਨਾਲ ਜਿੰਨੀ ਵਾਰੀ ਗੱਡੀ 'ਚ ਬੈਠਾ ਜਾਂ ਜਿੰਨੀ ਵਾਰੀ ਇਸ ਗੱਲ ਦੇ ਉੱਤੇ ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਨੂੰ ਨਹੀਂ ਸ਼ੋਭਦਾ ਉਹ ਠੱਗੀ। ਤੇ ਮੈਂ ਬਟਾਲੇ ਵਾਲੀ ਗੱਲ ਤੋਂ ਬਾਅਦ ਚ ਪਹਿਲੇ ਆਣਾ ਜਿਹੜੀ ਮੈਂ ਗੱਲ ਕਰ ਰਿਹਾ, ਇਹ ਸਾਰੀਆਂ ਨਤੀਜਾ ਕੀ ਹੈ? ਇਹ ਸਾਰਾ ਬਲੈਕਮੇਲਿੰਗ ਦਾ ਇੱਕ ਸਿਸਟਮ ਹੈ ਬੈਂਸ ਸਾਹਿਬ ਦਾ। ਅੱਜ ਮੈਂ ਕਲੀਅਰਲੀ ਕਹਿ ਰਿਹਾ, ਖੁੱਲੇ ਲਫ਼ਜ਼ਾਂ ਨਾਲ ਕਹਿ ਰਿਹਾ, ਇਹ ਸਾਰਾ ਕਿਉਂ ਕੀਤਾ ਜਾਂਦਾ? ਛੋਟੇ ਛੋਟੇ ਮੁਲਾਜ਼ਮਾਂ ਨੂੰ ਫੜਨਾ, ਸਟਿੰਗ ਆਪਰੇਸ਼ਨ ਦਾ ਦਿਖਾਵਾ ਕਰਨਾ, ਕਿਉਂਕਿ ਹਰ ਮੰਤਰਾਲੇ ਹਰ ਆਫਿਸ ਕਿਤੇ ਨਾ ਕਿਤੇ ਕਰਪਸ਼ਨ ਜਿਹੜੀ ਬੜੇ ਵੱਡੇ ਲੈਵਲ ਤੇ ਹਾਵੀ ਹੈਗੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਮੁੱਦੇ ਚੱਕੇ ਗਏ, ਲੇਕਿਨ ਉਹਦੀ ਆੜ ਦੇ ਵਿੱਚ ਫਾਇਦਾ ਕਿੱਥੇ ਹੋਇਆ? ਜਿਹੜੀਆਂ ਪ੍ਰਾਪਰਟੀਆਂ ਮੈਂ ਤੁਹਾਨੂੰ ਗੱਲ ਕਰ ਰਿਹਾ, ਜਿੰਦੇ ਉੱਤੇ ਮੈਂ ਆਰਟੀਆਈ ਪਾਈ ਹੈ, ਜਿੱਦਾਂ ਜਵਾਬ ਬੈਂਸ ਸਾਹਿਬ ਦੇ ਦੇਣ ਤਾਂ ਮੈਂ ਤੁਹਾਨੂੰ ਦੱਸ ਦਾਂਗਾ, ਨਹੀਂ ਤਾਂ ਮੈਂ ਆਰਟੀਆਈ ਪਾਲੀ, ਆਰਟੀਆਈ ਦੇ ਜਵਾਬ ਮੰਗ ਲਿਆ। ਉਹ ਏਰੀਆ ਜਿਹੜਾ ਗ੍ਰੀਨ ਜ਼ੋਨ ਦੇ ਵਿੱਚ ਆਉਂਦਾ, ਕਿਹੜਾ? ਜਿੱਥੇ ਬੈਂਸ ਸਾਹਿਬ ਦੀਆਂ ਫੈਕਟਰੀਆਂ ਨੇ। 2007 ਕੇ 9 ਦੇ ਵਿੱਚ ਉੱਥੇ ਜੋ ਆਲਰੇਡੀ ਸਿਚੁਏਟਡ ਹੈਗੀਆਂ ਸੀਗੀਆਂ ਜਿਹੜੀਆਂ ਵੀ ਪ੍ਰਾਪਰਟੀਆਂ ਜਾਂ ਜਿਹੜੀਆਂ ਫੈਕਟਰੀਆਂ ਸੀਗੀਆਂ, ਉਸ ਤੋਂ ਬਾਅਦ ਦੀ ਕਿਸੇ ਨੂੰ ਕੋਈ ਵੀ ਸ਼ੈੱਡ ਪਾਉਣ ਦੀ ਜਾਂ ਫੈਕਟਰੀ ਲਗਾਉਣ ਦੀ ਪਰਮਿਸ਼ਨਾਂ ਨਹੀਂ ਹੈਗੀਆਂ, ਜਿੰਦੇ ਉੱਤੇ ਮੇਰੇ ਤੋਂ ਇਲਾਵਾ ਬਹੁਤ ਸਾਰੇ ਸੱਜਣਾਂ ਨੇ ਬੈਂਸ ਸਾਹਿਬ ਦੇ ਖਿਲਾਫ ਕੰਪਲੇਂਟਾਂ ਪਾਈਆਂ ਨੇ। ਸੀਐਮਓ ਹਾਊਸ ਤੱਕ ਬੈਂਸ ਸਾਹਿਬ ਦੇ ਖਿਲਾਫ ਕੰਪਲੇਂਟ ਪਾਈ ਹੈ, ਜਿੰਦੀ ਮੈਂ ਤੁਹਾਨੂੰ ਰਿਸੀਵਿੰਗ ਮੇਲ ਦਿਖਾ ਦਿੰਦਾ। ਕਿਸ ਗੱਲ ਦੀ ਕੰਪਲੇਂਟ ਪਾਈ ਗਈ? ਹੋਰ ਸੇਮ ਰੈੱਡ ਜ਼ੋਨ ਦੀ ਜਿਹੜੀ ਰੈੱਡ ਕੈਟਾਗਰੀ ਇੱਕ ਇੰਡਸਟਰੀ ਹੁੰਦੀ ਹੈ ਫਰਨੈਸ, ਜਿੰਦੇ ਚ ਪੋਲੂਸ਼ਨ ਤੋਂ ਲੈ ਕੇ ਬੜਾ ਕੁਝ ਜਿਹੜੇ ਨੋਰਮਸ ਪੂਰੇ ਕਰਨੇ ਪੈਂਦੇ ਨੇ, ਉੱਥੇ ਐਨਓਸੀ ਕੈਂਸਲ ਨੇ। ਪਰ ਬੈਂਸ ਸਾਹਿਬ ਦੇ 2009 ਤੋਂ ਬਾਅਦ ਦੀਆਂ ਪ੍ਰਾਪਰਟੀਆਂ ਵਧੀਆਂ ਗਈਆਂ, ਫੈਕਟਰੀਆਂ ਦੇ ਸ਼ੈੱਡ ਪੈਂਦੇ ਜਾ ਰਹੇ ਨੇ। ਗਲਾਡਾ ਕੋਲੋਂ ਕਿਸ ਪ੍ਰਕਾਰ ਉਹਨਾਂ ਨੇ ਐਨਓਸੀ ਲਈ, ਅਗਰ ਲਈ ਹੈ ਤਾਂ ਜਿੱਥੋਂ ਤੱਕ ਮੇਰੀ ਜਾਣਕਾਰੀ ਐਨਓਸੀ ਨਹੀਂ ਹੈ, ਉਹ ਆਰਟੀਏ ਦੇ ਵਿੱਚ ਜਵਾਬ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ, ਪੋਲੂਸ਼ਨ ਦੇ ਵਿੱਚ ਹੋ ਜਾਊਗਾ। ਇਹ ਬੈਂਸ ਸਾਹਿਬ ਦੇ ਖਿਲਾਫ ਸੀਐਮ ਹਾਊਸ ਤੱਕ ਕੰਪਲੇਂਟਾਂ ਗਈਆਂ, ਜਿੰਦੀਆਂ ਮੇਲ ਦਾ ਜਵਾਬ ਹੈ, ਰਿਸੀਵਿੰਗ ਹੈ, ਤੁਸੀਂ ਇਹ ਪੜ੍ਹ ਸਕਦੇ ਹੋ। ਤੁਹਾਨੂੰ ਕੋਈ ਜਵਾਬ ਆਇਆ ਫਿਰ ਸੀਐਮ ਆਫਿਸ? ਕੋਈ ਆਇਆ ਨਹੀਂ। ਤੁਸੀਂ ਕੋਰਟ ਮੂਵ ਹੋ ਸਕਦੇ ਸੀ ਇਹਦੇ ਵਾਸਤੇ? ਇਹ ਮੇਰੀ ਨਹੀਂ ਹੈ ਜੀ, ਇਹ ਮੇਰੀ ਨਹੀਂ ਹੈ। ਮੈਂ ਪਿਛਲੀ ਇੱਕ ਇੰਟਰਵਿਊ ਕੀਤੀ, ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਤਿਆਰ ਕਰਤੀਆਂ ਮੈਂ, ਕੋਰਟ ਰਿਟ ਤਿਆਰ ਹੈ, ਬੈਂਸ ਸਾਹਿਬ ਦੇ ਜਿਹੜੇ ਐਫੀਡੇਵਿਟ ਦਿੱਤੇ ਨੇ ਉਹਦਾ ਮੇਰੇ ਕੋਲ ਸਾਰਾ ਪ੍ਰੂਫ ਤਿਆਰ ਹੈ, ਸੀਏ ਰਿਪੋਰਟਾਂ ਤਿਆਰ ਹੋ ਰਹੀਆਂ, ਸਾਰਾ ਕੁਝ ਤਿਆਰ ਹੋ ਰਿਹਾ। ਕੋਵਿਡ-19 ਕਰਕੇ ਹਾਈ ਕੋਰਟ ਬੰਦ ਪਈਆਂ ਨੇ, ਮੈਂ ਸੀਬੀਆਈ, ਹਾਈ ਕੋਰਟ ਔਰ ਇਲੈਕਸ਼ਨ ਕਮਿਸ਼ਨ ਨੂੰ ਸਾਰਿਆਂ ਨੂੰ ਰਿਟਨ ਕੰਪਲੇਂਟ ਬਣਾ ਕੇ ਤਿਆਰ ਪਈ ਹੈ, ਜਿਹੜੀ ਮੈਂ ਪਾਉਣ ਜਾ ਰਿਹਾ, ਤਾਂ ਕਿ ਇਸ ਕ੍ਰਾਂਤੀਕਾਰੀ ਚਿਹਰੇ ਦੇ ਅੰਦਰ ਚੱਲ ਰਿਹਾ ਕਪੜੇਬਾਜੀ ਲੋਕਾਂ ਨੂੰ ਸਮਝ ਆ ਸਕੇ ਵੀ ਜਿਹੜਾ ਬੰਦਾ ਹਜੇ ਸੀਟ ਤੇ ਨਹੀਂ ਹੈ, ਕਿਸੇ ਪਾਵਰ 'ਚ ਨਹੀਂ ਹੈ, ਤਾਂ 2007 ਜਦੋਂ ਉਹਦੇ ਕੋਲ ਕੌਂਸਲਰ ਦਾ ਇਲੈਕਸ਼ਨ ਲੜਦਾ ਹੈ, ਉਹਦਾ ਐਫੀਡੇਵਿਟ ਵੀ ਤੁਹਾਨੂੰ ਦਿਖਾਵਾਂਗਾ ਮੈਂ, ਜਿੰਦੇ 'ਚ ਨਾ ਮਾਤਰ ਰਿਟਰਨ ਔਰ ਪ੍ਰਾਪਰਟੀ ਦੀ ਡਿਟੇਲ ਦੇ ਰਿਹਾ ਤੇ 2020 ਤੱਕ ਉਹਦੇ ਕੋਲ ਕਰੋੜਾਂ ਰੁਪਏ ਦੀਆਂ ਪ੍ਰਾਪਰਟੀਆਂ ਹੋ ਗਈਆਂ। ਰਾਜਾ ਜੀ, ਸਵਾਲ ਤਾਂ ਸਰਕਾਰਾਂ ਨੂੰ ਕੀਤੇ ਜਾਂਦੇ ਹੁੰਦੇ ਆ ਜੀ। ਜੋ ਬੰਦਾ ਵਿਧਾਨ ਸਭਾ 'ਚ ਜਾ ਕੇ ਓਪੋਜੀਸ਼ਨ ਦੀ ਭੂਮਿਕਾ ਨਿਭਾ ਰਿਹਾ ਹੈ, ਇੰਨੇ ਸਵਾਲ ਕਰਦਾ ਹੈ, ਤੁਸੀਂ ਉਸੇ ਤੇ ਹੀ ਸਵਾਲ ਕਰ ਰਹੇ ਹੋ। ਸਿਰਫ ਰੌਲਾ ਪਾ ਰਿਹਾ ਨਾ, ਇਹ ਸਰਕਾਰ ਜਵਾਬ ਦੇ ਦੇ, ਕਿਉਂ ਸਰਕਾਰ ਉਹਦੇ ਤੇ ਕਾਰਵਾਈ ਨਹੀਂ ਹੋ ਰਹੀ? ਕਿਉਂ ਬਟਾਲਾ ਦੀ ਤੁਸੀਂ ਗੱਲ ਕੀਤੀ ਹੈ, ਬਟਾਲਾ ਦੇ ਕੋਰਟ ਦੇ ਵਿੱਚ ਜਾਣ ਤੋਂ ਬਾਅਦ ਵੀ ਕੋਰਟ ਦੀ ਨੋਟੀਫਿਕੇਸ਼ਨਾਂ ਨੇ, ਜਿੰਦੇ ਵਿੱਚ ਬੈਂਸ ਸਾਹਿਬ ਤੇ ਕੋਈ ਕਾਰਵਾਈ ਨਹੀਂ ਹੋ ਰਹੀ, ਅਰੈਸਟ ਨਹੀਂ ਹੋ ਰਹੀ। ਬੈਂਸ ਸਾਹਿਬ ਇੱਥੋਂ ਦੀ ਬਟਾਲਾ ਘੱਟੋ ਘੱਟ 150-200 ਕਿਲੋਮੀਟਰ ਹੋਊਗਾ, ਉੱਥੇ ਚਲੇ ਗਏ। ਮੈਂ ਪਿਛਲੀ ਚ ਵੀ ਗਿਆ ਸੀ, ਬੈਂਸ ਸਾਹਿਬ ਕਾਰਪੋਰੇਸ਼ਨ ਦੇ ਇਲੈਕਸ਼ਨ 700 ਕਰੋੜ ਦੇ ਘੁਟਾਲੇ ਦੀ ਗੱਲ ਕਰ ਰਹੇ ਸੀਗੇ। ਕਿੱਥੇ ਹੋਇਆ? ਲੁਧਿਆਣੇ ਦੇ 700 ਕਰੋੜ ਘੁਟਾਲਾ ਦੀ ਗੱਲ ਕਰ ਰਹੇ ਸੀਗੇ ਕਾਰਪੋਰੇਸ਼ਨ ਇਲੈਕਸ਼ਨਾਂ ਦੇ। ਲੁਧਿਆਣਾ ਕਾਰਪੋਰੇਸ਼ਨ 700 ਕਰੋੜ ਦੀ। ਕੁਝ ਦਿਨ ਪਹਿਲਾਂ ਇੱਕ ਆਰਟੀਆਈ ਐਕਟੀਵਿਸਟ ਭੋਕੜਦਾਲ ਤੇ ਵੀ ਬੈਠਾ ਸੀ, ਜਿਹਨੇ 2000 ਕਰੋੜ ਦੇ ਘਪਲੇ ਦੀ ਗੱਲ ਕੀਤੀ। ਮੈਂ ਬੈਂਸ ਸਾਹਿਬ ਨੂੰ ਪੁੱਛਣਾ ਚਾਹੁੰਦਾ, ਆਪਾਂ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਰੋਲਾ ਪਾ ਰਹੇ ਹਾਂ, ਬੈਂਸ ਸਾਹਿਬ ਬੀਜ ਦੇ ਘੁਟਾਲਿਆਂ ਦੀ ਗੱਲ ਕਰ ਰਹੇ ਨੇ, ਬੈਂਸ ਸਾਹਿਬ ਕਾਰਪੋਰੇਸ਼ਨ ਕਿਉਂ ਨਹੀਂ ਜਾਂਦੇ? ਕਿਹੜੀ ਐਸੀ ਭਾਈਵਾਲੀ ਹੈ ਜਾਂ ਕਿਹੜੇ ਐਸੇ ਭਾਈਵਾਲ ਹੈ ਜਿਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਇਹਦੇ ਉੱਤੇ ਵੀ ਪੁਖਤਾ ਜਾਣਕਾਰੀ ਮੇਰੇ ਕੋਲ ਹੈਗੀ ਹੈ, ਜਿੰਦੇ ਉੱਤੇ ਮੈਂ ਹਵਾ 'ਚ ਗੱਲ ਨਹੀਂ ਕਰ ਰਿਹਾ, ਤੱਥਾਂ ਨਾਲ ਗੱਲ ਕਰੂੰਗਾ, ਵਿਦ ਪ੍ਰੂਫਾਂ ਤੁਹਾਡੇ ਕੋਲ। ਅਗਲੀ ਇੰਟਰਵਿਊ ਦੇ ਵਿੱਚ ਮੈਂ ਤੁਹਾਨੂੰ ਪ੍ਰੂਫ ਕਰਕੇ ਦਿਖਾਵਾਂਗਾ। ਅੱਜ ਉਹ ਬੰਦਾ ਪਾਰਟੀ ਦੇ ਵਿੱਚ ਐਫਐਨਸੀਸੀ ਦੇ ਮੈਂਬਰ ਜਦੋਂ ਬੈਂਸ ਸਾਹਿਬ ਸੀਗੇ, ਜਦੋਂ ਉਹ ਸਾਰੇ ਠੇਕੇ ਦਿੱਤੇ ਗਏ ਨੇ, ਤੇ ਅੱਜ ਉਹ ਬੰਦਾ ਪਾਰਟੀ ਦੇ ਵਿੱਚ ਨੁਮਾਇੰਦਾ, ਸਕੱਤਰ ਦਾ ਅਹੁਦਾ ਉਹਦੇ ਕੋਲ, ਉਸ ਠੇਕੇਦਾਰ ਕੋਲ, ਲੋਕ ਇਨਸਾਫ ਪਾਰਟੀ ਦੇ ਵਿੱਚ। ਔਰ ਉਹਦੇ ਖਿਲਾਫ ਹੀ ਪਹਿਲਾਂ ਦੋਸ਼ ਲੱਗੇ ਸੀ। ਦੋਸ਼ ਨਹੀਂ ਲੱਗੇ, ਅੱਜ ਵੀ ਉਹ ਕੰਟਰੈਕਟਰ ਹੈ। 2 ਰੁਪਏ ਉਹ ਵੀ ਮੈਂ ਤੁਹਾਨੂੰ ਹਜੇ ਮੈਂ ਐਕਸਪਲੋਜ਼ ਨਹੀਂ ਕਰਨਾ ਚਾਹੁੰਦਾ,
ਬੜਾ ਵੱਡਾ ਘੁਟਾਲਾ ਉਹ ਵੀ ਤੁਹਾਡੇ ਅੱਗੇ ਜਲਦੀ ਲੈ ਕੇ ਆਣਾ, ਉਹ ਬੈਂਸ ਸਾਹਿਬ ਦਾ ਕੋਈ ਵੀ ਸਾਥੀ। ਬੰਦਾ ਰਾਜਾ ਸਾਹਿਬ, ਕੋਈ ਬੰਦਾ ਜਿਹੜਾ ਕੰਮ ਕਰਦਾ ਹੈ, ਠੇਕੇਦਾਰੀ ਲੈਂਦਾ, ਉਹ ਕਿਸੇ ਪਾਰਟੀ ਨਾਲ ਵੀ ਜੁੜਿਆ ਹੋ ਸਕਦਾ, ਬਿਲਕੁਲ, ਕੋਈ ਅਕਾਲੀ ਦਲ ਨਾਲ, ਪਰ ਉਹਦੇ ਨਾਲ ਉਹਨੂੰ ਅਧਿਕਾਰ ਤਾਂ ਨਹੀਂ ਘੁਟਾਲੇ ਕਰ ਲਵੇ। ਜੇ 700 ਕਰੋੜ ਦੀ ਬੈਂਸ ਸਾਹਿਬ ਗੱਲ ਕਰਦੇ ਤੇ ਉਹ ਘੁਟਾਲਾ ਉਹਨੂੰ ਕਿਉਂ ਨਹੀਂ ਨਜ਼ਰ ਆਇਆ ਵੀ ਸਾਥੀ ਪਾਰਟੀ ਦੇ ਵਿੱਚ ਹੈ? 500 2000 ਵਾਲੇ ਕਰਪਸ਼ਨ ਕਰਦੇ ਬੰਦੇ ਤਾਂ ਬੈਂਸ ਸਾਹਿਬ ਨੂੰ ਨਜ਼ਰ ਆਉਂਦੇ, ਇਹ ਕਿਉਂ ਨਹੀਂ ਨਜ਼ਰ ਆ ਰਹੇ? 2000 ਕਰੋੜ ਦਾ ਘੁਟਾਲਾ। ਬੈਂਸ ਸਾਹਿਬ ਜਿਹੜੀ ਗਲੀ ਚੋਂ ਰੋਜ਼ ਲੰਘ ਕੇ ਜਾਂਦੇ ਨੇ, ਉਹਦੇ ਨੁੱਕਰ ਦੇ ਉੱਤੇ ਜੋਨ ਸੀ ਦਾ ਦਫ਼ਤਰ ਹੈ ਕਾਰਪੋਰੇਸ਼ਨ ਦਾ। ਬੈਂਸ ਸਾਹਿਬ ਕਿਉਂ ਨਹੀਂ ਜਾਂਦੇ? ਕਿਉਂ ਨਹੀਂ ਉਹ ਘੁਟਾਲਿਆਂ ਨੂੰ ਲੈ ਕੇ ਆਉਂਦੇ? ਬੈਂਸ ਸਾਹਿਬ 8 ਸਾਲ ਵਿਧਾਨ ਸਭਾ ਦੇ ਬੈਠੇ ਹੋ ਗਏ, ਆਪਣੇ ਹਲਕੇ ਲਈ ਕਿਸੇ ਪ੍ਰਕਾਰ ਦਾ ਕੋਈ ਸਵਾਲ ਚੁੱਕਿਆ ਹੋਵੇ ਦੱਸ ਦਿਓ। ਆਮ ਤੌਰ ਤੇ ਲੋਕ ਕਹਿ ਦਿੰਦੇ ਨੇ ਵੀ ਸਰਕਾਰ ਦੇ ਵਿੱਚ ਨਹੀਂ ਹੈ, ਪਰ ਸਰਕਾਰ ਦੇ ਵਿੱਚ ਨਾ ਹੋਣ ਦਾ ਮਤਲਬ ਅਸੀਂ ਫਿਰ ਸਵਾਲ ਚੁੱਕਣਾ ਵੀ ਬੰਦ ਕਰ ਦਈਏ। ਤੁਸੀਂ ਜਦੋਂ ਵੇਰਕਾ ਤੇ ਨਾਲ ਸੀਗੇ ਜੀ, ਉਹ ਦਰਅਸਲ ਘੁਟਾਲਾ ਕੀ ਸੀਗਾ? ਉਹ ਜਿਹੜਾ ਰੌਲਾ ਪਿਆ ਉਹ ਕੀ ਸੀਗਾ? ਉਹ ਫੈਟ ਦਾ ਘੁਟਾਲਾ ਇਹਨਾਂ ਨੇ ਦੱਸਿਆ ਸੀਗਾ। ਜਿਵੇਂ ਮੈਂ ਬਾਹਰੋਂ ਵੇਰਕਾ ਦੇ ਦੁੱਧ ਦੇ ਪੈਕਟ ਖਰੀਦੇ, ਡੋਲੂ ਦੇ ਵਿੱਚ ਪਾਏ, ਡੋਲੂ ਚ ਪਾਉਣ ਤੋਂ ਬਾਅਦ ਅਸੀਂ ਅੰਦਰ ਜਾ ਕੇ ਉਹਦੀ ਟੈਸਟਿੰਗ ਕਰਾਈ। ਜਿਹੜੀ ਪੈਕਟ ਦੇ ਉੱਤੇ ਫੈਟ ਲਿਖੀ ਜਾਂਦੀ ਹੈ 5.5 6 ਦੀ, ਉਹਦੇ ਮੁਤਲਕ ਉਹ ਫੈਟ 1% ਅੱਧਾ % ਜਿਹੜੀ ਘੱਟ ਸੀਗੀ, ਜਿੰਦੀ ਕੈਲਕੂਲੇਸ਼ਨ ਅਗਰ ਡੋਜ਼ ਦੀ ਪ੍ਰੋਡਕਸ਼ਨ ਕੋਸਟ ਬਣਾਈ ਜਾਵੇ ਤਾਂ ਕਰੋੜਾਂ ਰੁਪਏ ਚ ਬਣਦੀ ਹੈ। ਪਰ ਫਿਰ ਉਸ ਤੋਂ ਬਾਅਦ ਦੁਬਾਰਾ ਕਦੇ ਉਹਦੀ ਗੱਲ ਨਹੀਂ ਹੋਈ। ਬੈਂਸ ਸਾਹਿਬ ਨੇ ਕਿਹੜੇ ਮੁੱਦੇ ਤੇ ਦੁਬਾਰਾ ਗੱਲ ਕੀਤੀ ਹੈ? ਜਦੋਂ ਅਸੀਂ ਇਸ ਬੈਂਸ ਸਾਹਿਬ ਨੂੰ ਸਵਾਲ ਕਰਦੇ ਸੀ, ਅਸੀਂ ਵੋਟਾਂ ਵੀ ਲੈ ਲਈਆਂ, ਲੋਕਾਂ ਨੂੰ ਅਸੀਂ ਮਸਲਿਆਂ ਤੇ ਵੀ ਕਹਿਤਾ ਵੀ ਕਰਪਸ਼ਨ ਦੀ ਖਿਲਾਫ ਕਰ ਰਹੇ ਹਾਂ, ਤੇ ਬੈਂਸ ਸਾਹਿਬ ਦਾ ਕੋਈ ਨਹੀਂ, ਸ਼ਾਂਤੀ ਰੱਖੋ। ਬੈਂਸ ਸਾਹਿਬ ਉਹ ਮੁੱਦਿਆਂ ਦੇ ਉੱਤੇ ਕਿਉਂ ਨਹੀਂ ਸਾਰਿਆਂ ਨੂੰ ਬਹਿ ਕੇ ਟੀਮ ਬਿਠਾ ਕੇ ਗੱਲ ਕੀਤੀ? ਕਿਉਂ ਐਸੇ ਬੰਦੇ ਜਦੋਂ ਕੋਈ ਵੀ ਗੱਲ ਹੁੰਦੀ ਹੈ ਜਿਹੜੇ ਇਹਨਾਂ ਨੂੰ ਮਿਲਣ ਆਉਂਦੇ ਨੇ ਘੁਟਾਲਿਆਂ ਤੋਂ ਬਾਅਦ, ਬੈਂਸ ਸਾਹਿਬ ਉਦੋਂ ਪਾਰਟੀ ਪੱਧਰ ਤੇ ਪਲੇਟਫਾਰਮ ਤੇ ਕਿਉਂ ਨਹੀਂ ਰੱਖਦੇ? ਕਿਉਂਕਿ ਬੈਂਸ ਸਾਹਿਬ ਕੋਲ ਪਾਰਟੀ ਦਾ ਨਾਮ ਸਿਰਫ ਲੋਕ ਇਨਸਾਫ ਪਾਰਟੀ ਹੈ, ਜਿਹਨੂੰ ਅਸੀਂ ਬੜੇ ਸ਼ੌਂਕ ਨਾਲ ਲੋਕਾਂ ਦੀ ਪਾਰਟੀ ਬਣਾ ਕੇ ਅਸੀਂ ਲੈ ਕੇ ਆਏ ਸੀ। ਇਕੱਲਾ ਮੈਂ ਨਹੀਂ, ਬੜੇ ਮੇਰੇ ਹੋਰ ਸਾਥੀ ਨੇ। ਬਟ ਅੱਜ ਉਸ ਪਾਰਟੀ ਦੇ ਪ੍ਰਧਾਨ ਬੈਂਸ ਸਾਹਿਬ, ਉਸ ਪਾਰਟੀ 'ਚ ਐਮਐਲਏ ਲੜਨਗੇ ਦੋਨੋਂ ਭਰਾ, ਬੈਂਸ ਸਾਹਿਬ ਲੜਨਗੇ ਐਮਪੀ, ਸ਼੍ਰੋਮਣੀ ਕਮੇਟੀ ਲੜੇਗਾ ਭਰਾ। ਜੇ ਬੈਂਸ ਸਾਹਿਬ ਐਮਪੀ ਇਲੈਕਸ਼ਨ ਲੜ ਕੇ ਜਿੱਤ ਜਾਂਦੇ ਨੇ ਤਾਂ ਪਿੱਛੋਂ ਸੀਟ ਲੜੇਗਾ ਭਤੀਜਾ। ਵੀ ਸਾਰਾ ਹੀ ਪਰਿਵਾਰਵਾਦ ਹੈ। ਤੇ ਬੈਂਸ ਸਾਹਿਬ ਕਿਉਂ ਦੂਸਰਿਆਂ ਤੇ ਉਂਗਲ ਰੱਖਦੇ ਨੇ? ਤੁਹਾਨੂੰ ਚਾਹੀਦੀ ਸੀ ਟਿਕਟ? ਨਹੀਂ, ਮੈਨੂੰ ਕੋਈ ਵੀ ਨਹੀਂ ਚਾਹੀਦੀ। ਮੈਂ ਤਾਂ ਕੌਂਸਲ ਦੀ ਟਿਕਟ ਵੀ ਨਹੀਂ ਮੰਗੀ ਜੀ। ਤੁਸੀਂ ਕਹਿ ਰਹੇ ਹੋ ਕਿ ਪਰਿਵਾਰਵਾਦ ਹੈ, ਸਾਰਾ ਪਰਿਵਾਰ ਭਾਜੀ ਪਰਿਵਾਰਵਾਦ ਦੀ ਗੱਲ ਹੈ। ਨਿੱਜੀ ਕਿਰਤਾ ਨਹੀਂ ਤੁਹਾਨੂੰ ਕਿ ਮੇਰੇ ਨਾਲ ਕੋਈ ਸ਼ਾਇਦ ਚੰਗਾ ਬਿਲਕੁਲ ਕੋਈ ਕੀਤਾ, ਨਿੱਜੀ ਕਿਰਤਾ ਨਹੀਂ ਭਾਜੀ। ਲੋਕਾਂ ਨੂੰ ਲੋਕ ਸਵਾਲ ਕਰਦੇ ਨੇ ਤੁਸੀਂ 15 ਸਾਲ ਬੇਵਕੂਫ ਰਹੇ ਜਾਂ ਕੁਝ ਵੀ। ਭਾਜੀ ਇਹ ਵੀ ਕਿੰਨ ਕਿ ਲਾਭ ਹੈ? ਜੇ ਅੱਜ ਦੇ ਆਉਣ ਵਾਲੀ ਪਨੀਰੀ ਨੂੰ ਇਹਨਾਂ ਲੋਕਾਂ ਦਾ ਮੁਖੋਟਾ ਉਤਾਰ ਕੇ ਨਹੀਂ ਦਿਖਾਇਆ ਜਾਊਗਾ ਤਾਂ ਲੋਕ ਫਿਰ ਲੁੱਟੇ ਜਾਣਗੇ। ਅੱਜ ਪੰਜਾਬ ਦੇ ਵਿੱਚ ਤੀਜੀ ਧਿਰ ਦੀ ਗੱਲ ਹੋ ਰਹੀ ਹੈ, ਇਹਨਾਂ ਨੇ ਪੀਡੀਆ ਦਾ ਸੱਤਾ ਨੇ ਮਾਰਿਆ। ਉਹ ਕਿਵੇਂ? ਬੈਂਸ ਸਾਹਿਬ ਨੇ, ਤੁਸੀਂ ਦੇਖੋ ਬੈਂਸ ਸਾਹਿਬ ਐਮਪੀ ਇਲੈਕਸ਼ਨ ਦੇ ਵਿੱਚ ਸੈਕੰਡ ਪਾਰਟੀ ਬਣ ਕੇ ਆ ਗਏ। ਦਾਖੇ ਹਲਕੇ ਤੋਂ 1.5 ਮਹੀਨੇ ਬਾਅਦ ਇਲੈਕਸ਼ਨ ਹੋ ਰਹੀ ਹੈ, ਜਿਹੜੀ ਜਗ੍ਹਾ ਤੋਂ 45,000 ਵੋਟ ਲਿੱਤੀ ਜਾ ਰਹੀ ਹੈ, ਉਸ 8700 ਵੋਟ ਆ ਗਏ। ਤੇ ਬੈਂਸ ਸਾਹਿਬ ਦਾ ਆਪਣਾ ਕੱਦ ਉਹਨਾਂ ਨੂੰ ਸਮਝ ਨਹੀਂ ਆਈ ਵੀ ਲੋਕ ਕੀ ਚਾਹੁੰਦੇ ਨੇ, ਲੋਕਾਂ ਦੀਆਂ ਭਾਵਨਾਵਾਂ ਕੀ ਨੇ। ਲੋਕ ਤੁਹਾਡੇ ਤੇ ਵਿਸ਼ਵਾਸ ਕਰ ਰਹੇ ਨੇ। ਪੀਡੀਏ ਨੂੰ ਦਰਕਨਾਰ ਕਰਕੇ ਇਹਨਾਂ ਨੇ ਫਗਵਾੜੇ ਦੀ ਸੀਟ ਤੇ ਉਹ ਦਾਖੇ ਦੀ ਸੀਟ ਲੜੀ, ਜਿੱਥੋਂ ਲੱਖਾਂ ਦੇ ਹਿਸਾਬ ਨਾਲ, ਹਜ਼ਾਰਾਂ ਦੇ ਹਿਸਾਬ ਨਾਲ ਵੋਟਾਂ ਪਈਆਂ ਨੇ, ਉੱਥੇ 600 ਵੋਟਾਂ ਰਹਿ ਗਈਆਂ, 8,000 ਵੋਟਾਂ ਰਹਿ ਗਈਆਂ। ਜਿਹੜਾ ਸੁਖਪਾਲ ਖਹਿਰਾ ਇਹਨਾਂ ਦਾ ਖਾਸ ਸਾਥੀ ਦੀ, ਉਹਦੇ ਖਿਲਾਫ ਅਖਬਾਰਾਂ ਦੇ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਨੇ। ਕੀ ਲਿਖਿਆ? ਪੰਜਾਬ ਸਾਂਭਣ ਦੀ ਗੱਲ ਬਹੁਤ ਹੀ ਦੂਰ, ਖਹਿਰਾ ਪਹਿਲਾਂ ਆਪਣੀ ਪਾਰਟੀ ਸਾਂਭ ਲਵੇ। ਪਰ ਠੀਕ ਹੈ, ਸਿਆਸਤ 'ਚ ਕਿਸੇ ਦੀ ਬਣਦੀ ਤੇ ਹੈ। ਜਦੋਂ ਖਹਿਰਾ ਸਾਹਿਬ ਪੰਜਾਬ ਦੇ ਹੱਕ ਦੀ ਗੱਲ, ਮੈਂ ਕਿਸੇ ਦੀ ਪੱਖ ਨਹੀਂ ਪੂਰ ਰਿਹਾ, ਪੱਖ ਪੂਰਨ ਦੀ ਗੱਲ ਨਹੀਂ ਕਰ ਰਿਹਾ, ਬਟ ਗੱਲ ਸਮਝਣ ਵਾਲੀ ਹੈ ਵੀ ਖਹਿਰਾ ਸਾਹਿਬ ਦੇ ਲੋਕਾਂ ਦੇ ਵਿੱਚ ਸਟੇਟਮੈਂਟ ਲਾਈਵ ਹੋ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਹੇ ਨੇ। ਧਰਮਵੀਰ ਗਾਂਧੀ ਵੀ ਕਰ ਰਿਹਾ, ਬਹੁਜਨ ਸਮਾਜ ਪਾਰਟੀ ਵਾਲੇ ਵੀ ਕਰ ਰਹੇ ਨੇ। ਤੇ ਕਿਉਂ ਪੀਡੀਏ ਦੇ ਵਿੱਚ ਇਹਨਾਂ ਨੇ ਸਾਰਾ ਘੁਟਾਲਾ ਕਰਕੇ ਖਤਮ ਕੀਤੀ? ਟਕਸਾਲੀ ਆਵਾਜ਼ ਬਣ ਕੇ ਬਾਹਰ ਨਿਕਲੇ, ਉਹ ਆਏ, ਕਿਉਂ ਉਹਨਾਂ ਨੂੰ ਨਾਲ ਨਹੀਂ ਲਾਇਆ? ਕਿ ਬੈਂਸ ਸਾਹਿਬ ਕੱਲੇ ਇਮਾਨਦਾਰ ਨੇ? ਇਮਾਨਦਾਰ ਨੇ ਤੇ ਇਹਨਾਂ ਗੱਲਾਂ ਦਾ ਜਵਾਬ ਕੌਣ ਦੇਗਾ? ਬੈਂਸ ਸਾਹਿਬ। ਜੇ ਮੈਂ ਅੱਜ ਤੁਹਾਡੇ ਤੋਂ ਉਂਗਲ ਚੱਕ ਰਿਹਾ, ਮੈਂ ਤੁਹਾਡਾ ਉਹੀਓ ਭਰਾ ਵਾਂ ਜਿਹਨੂੰ ਰਾਜਾ ਬੈਂਸ ਦੀ ਉਪਾਧੀ ਦਿੱਤੀ ਹੈ ਤੁਸੀਂ। ਤੇ ਬੈਂਸ ਸਾਹਿਬ, ਜਨਤਾ ਤੁਹਾਡੇ ਕੋਲ ਸਵਾਲ ਮੰਗ ਰਹੀ ਹੈ। ਜਿਨ੍ਹਾਂ ਨੇ ਵੋਟਾਂ ਪਾਈਆਂ, ਜਿਨ੍ਹਾਂ ਲਈ ਅਸੀਂ ਤੁਹਾਡੇ ਵਾਸਤੇ ਮਿਹਨਤ ਕੀਤੀ ਵੋਟਾਂ ਪਵਾਉਣ ਲਈ, ਘਰ ਘਰ ਕੱਲੇ ਕੱਲੇ ਗਲੀ ਦੇ ਵਿੱਚ ਗਏ, ਅਸੀਂ ਆਪਣਾ ਘਰ ਪਰਿਵਾਰ ਵਪਾਰ ਛੱਡਿਆ, ਤੇ ਤੁਸੀਂ ਤਾਂ ਅਰਬਾਪਤੀ ਬਣ ਗਏ। ਤੁਸੀਂ ਸੈਂਡ ਮਾਫੀਆ ਦੀ ਗੱਲ, ਮੈਂ ਬੜੀ ਵੱਡੀ ਗੱਲ ਕਹਿ ਰਿਹਾ, ਬੈਂਸ ਸਾਹਿਬ ਨੇ ਸੈਂਡ ਮਾਫੀਆ ਦੀ ਗੱਲ ਕੀਤੀ ਹੈ, ਧਰਨੇ ਪ੍ਰਦਰਸ਼ਨ ਕੀਤੇ, ਅਸੀਂ ਮਿਹਰਬਾਨ ਕੀਤੀ, ਬਲਾਚੌਰ ਜਾ ਕੇ ਕੀਤੀ, ਮੈਂ 12 ਦਿਨ ਜੇਲ੍ਹ ਲੈ ਕੇ ਆਇਆ। ਮੈਂ ਬੈਂਸ ਸਾਹਿਬ ਨੂੰ ਪੁੱਛਣਾ ਚਾਹੁੰਦਾ, ਤੁਹਾਡੇ ਘਰ ਤੋਂ 5 ਕਿਲੋਮੀਟਰ ਏਰੀਆ ਦੇ ਵਿੱਚ ਕੈਂਟ ਦੀ ਨਹਿਰ ਦੇ ਉੱਤੇ ਸੈਂਡ ਚੱਲਦੀ ਰਹੀ ਹੈ, ਉਹਦੇ ਪੁਖਤਾ ਜਾਣਕਾਰੀ ਮੇਰੇ ਕੋਲ ਹੈਗੀ, ਔਰ ਵਿਦ ਭਰੋਸੇਯੋਗ ਸੂਤਰ ਜਿਵੇਂ ਬੈਂਸ ਸਾਹਿਬ ਕਹਿੰਦੇ ਨਾ, ਉਹ ਮੇਰੇ ਕੋਲ ਹੈਗੇ ਨੇ। ਉਹਦਾ ਵੀ ਵੇਰਵਾ ਅਗਲੀ ਇੰਟਰਵਿਊ ਤੁਹਾਨੂੰ ਮੈਂ ਦੇ ਦਿਆਂਗਾ। ਉਹ ਸੈਂਡ ਕੌਣ ਚਲਾ ਰਿਹਾ ਸੀ? ਕਿ ਬੈਂਸ ਸਾਹਿਬ ਨੂੰ ਉਹ ਨਜ਼ਰ ਨਹੀਂ ਆ ਰਹੀ ਖੱਡ ਮਾਈਨਿੰਗ? ਆਪਣੇ ਤੋਂ 150-200 ਕਿਲੋਮੀਟਰ ਦੀ ਖੱਡ ਨਜ਼ਰ ਆ ਗਈ, ਬੈਂਸ ਸਾਹਿਬ ਦੇ ਘਰ ਦੇ ਮਗਰ ਖੱਡ ਚੱਲ ਰਹੀ ਹੈ, ਰੇਤਾ ਉੱਥੋਂ ਕੱਢਿਆ ਜਾ ਰਿਹਾ ਸੀਗਾ। ਬੈਂਸ ਸਾਹਿਬ ਨੂੰ ਕਿਉਂ ਨਹੀਂ ਉਹ ਨਜ਼ਰ ਆਇਆ? ਬੈਂਸ ਸਾਹਿਬ ਕਿਹੜੀ ਚੀਜ਼ ਦਾ ਦਿਖਾਵਾ ਕਰਕੇ ਲੋਕਾਂ ਨੂੰ ਬੇਵਕੂਫ ਬਣਾਉਣਾ ਚਾਹ ਰਹੇ ਨੇ?
ਠੀਕ ਹੈ, ਬਹੁਤ ਸ਼ੁਕਰੀਆ। ਆਖਰੀ ਸਵਾਲ ਹੈ ਮੇਰਾ, ਤੁਹਾਨੂੰ ਲੱਗਦਾ ਕਿ ਇਹਨਾਂ ਗੱਲਾਂ ਦਾ, ਕਿਉਂਕਿ ਉਹਨਾਂ ਨੇ ਤਾਂ ਕਹਿਤਾ ਮੈਂ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇਣਾ, ਕਿ ਤੁਹਾਨੂੰ ਤਾਂ ਕਹਿੰਦੇ ਗੁਆਂਢੀ ਵੀ ਨਹੀਂ ਜਾਣਦਾ। ਭਾਜੀ ਮੈਂ ਤੁਹਾਡੇ ਸਾਹਮਣੇ ਆ, ਮੈਂ ਜਿਹੜੀ ਗੱਲਾਂ ਤੁਹਾਡੇ ਕੋਲ ਕਹੀਆਂ ਇਹ ਸਾਰੇ ਕਾਗਜ਼ ਅਖਬਾਰਾਂ ਦੀਆਂ ਕੱਢੀਆਂ, ਔਰ ਮੈਂ ਕੋਈ ਝੂਠ ਬੋਲ ਰਿਹਾ ਤੇ ਜਵਾਬ ਦੇ ਦੇਣ। ਇਹ ਤਾਂ ਹੁਣ ਪੱਤਰਕਾਰ ਭਾਈਚਾਰੇ ਤੁਸੀਂ ਹੋ, ਤੁਸੀਂ ਸਵਾਲ ਕਰੋ। ਬਰਾਬਰ ਤੇ ਚੋਣ ਲੜਨ ਦੀ ਤਿਆਰੀ ਤਾਂ ਨਹੀਂ? ਨਹੀਂ ਜੀ ਨਹੀਂ ਭਾਜੀ, ਕਿਸੇ ਪ੍ਰਕਾਰ ਦਾ ਚੋਣ ਦਾ ਕੋਈ ਇਰਾਦਾ ਨਹੀਂ। ਪਤਾ ਲੱਗੇ ਆਉਣ ਵਾਲੀ ਇਲੈਕਸ਼ਨਾਂ ਦੀ ਤਿਆਰੀ ਹੋਵੇ, ਸਾਲ ਸਵਾ ਸਾਲ ਰਹਿ ਗਏ। ਮੈਂ ਸਿੰਪਲ ਜੀ ਗੱਲ ਕਰਾਂ, ਮੇਰੀ ਇੰਨੀ ਹੈਸੀਅਤ ਵੀ ਨਹੀਂ ਹੈ, ਮੇਰੀ ਇੰਨੀ ਹੈਸੀਅਤ, ਪਰ ਇੱਕ ਕ੍ਰਾਂਤੀ, ਇੱਕ ਇਮਾਨਦਾਰੀ ਨਾਲ ਕੰਮ ਕਰਨ ਦੀ ਜਿਹੜੀ ਹੁੰਦੀ ਹੈ, ਉਹਦੇ ਮੁਤਲਕ ਸਾਡਾ ਸਿਰਫ ਦਾਇਰਾ ਵੀ ਕੋਈ ਨਾ ਕੋਈ ਵਧੀਆ ਚਿਹਰਾ ਅੱਗੇ ਆਉਣਾ ਚਾਹੀਦਾ, ਪੰਜਾਬ ਦੇ ਭਲੇ ਦੀ ਗੱਲ ਹੋਣੀ ਚਾਹੀਦੀ ਹੈ, ਤੀਜੇ ਧਿਰ ਕੋਈ ਨਵੀਂ ਉੱਪਰ ਕੇ ਆਵੇ। ਪਰ ਬੈਂਸ ਸਾਹਿਬ ਜਿਹੜਾ ਐਸਾ ਮਖੌਟਾ ਬਣ ਕੇ ਆਏ, ਜਿਨ੍ਹਾਂ ਦੇ ਨਾਲ ਸਮਾਂ ਲਗਾਇਆ, ਜਦੋਂ ਉਹ ਪਰਤਾਂ ਖੁੱਲੀਆਂ ਸ਼ੁਰੂ ਹੋਈਆਂ ਤੇ ਮੈਨੂੰ ਸਾਈਡ ਕਰਾਰ ਕਰਨ ਦੀ ਕੋਸ਼ਿਸ਼ ਕੀਤੀ, ਉਸ ਤੋਂ ਪਹਿਲਾਂ ਹੀ ਮੈਂ ਅਸਤੀਫਾ ਦੇ ਦਿੱਤਾ। ਆਪਣਾ ਜ਼ਮੀਰ ਵੀ ਹੈ, ਉਸ ਤੋਂ ਪਹਿਲਾਂ ਅਸਤੀਫਾ ਦਿੱਤਾ ਮੈਂ। ਉਸ ਤੋਂ ਬਾਅਦ ਇਹਨਾਂ ਨੇ ਮੇਰੀ ਕ੍ਰੈਡੀਬਿਲਿਟੀ ਨੂੰ ਡਾਊਨ ਕਰਨ ਲਈ ਮੇਰੇ ਖਿਲਾਫ ਕੰਪਲੇਂਟਾਂ ਬਣਾਈਆਂ, ਬੜਾ ਕੁਝ ਕੀਤਾ। ਉਹਦਾ ਵੀ ਅਗਲੀ ਸੀਟਿੰਗ ਦੇ ਵਿੱਚ ਤੁਹਾਨੂੰ ਪ੍ਰੂਫ ਦੇ ਦਾਂਗੇ ਇਹਨਾਂ ਨੇ ਮੇਰੇ ਖਿਲਾਫ ਕੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਿ ਰਾਜੇ ਦੀ ਜਵਾਨ ਜਿਹੜੀ ਬੰਦ ਕਰ ਦਿੱਤੀ ਜਾਵੇ। ਪਰ ਮੈਂ ਜਿਵੇਂ ਬੈਂਸ ਸਾਹਿਬ ਦੀ ਇੱਕ ਸ਼ੈਲੀ ਹੁੰਦੀ ਹੈ ਕਰਨ ਵਾਲੀ, ਮੈਂ ਵੀ ਉਹ ਤਾਂ ਬੋਲ ਸਕਦਾ, ਲੱਛੇਦਾਰ ਗੱਲਾਂ ਕਰ ਸਕਦਾ, ਬੋਲ ਸਕਦਾ, ਮੈਂ ਕਹਿ ਸਕਦਾ ਬੈਂਸ ਸਾਹਿਬ ਮੈਂ ਡਰਨ ਵਾਲਾ ਨਹੀਂ, ਤੁਹਾਨੂੰ ਕੱਲੀ ਠੋਕ ਕੇ ਗੱਲ ਦਾ ਜਵਾਬ ਦਿਆਂਗਾ, ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਲੈ ਕੇ ਜਾਵਾਂਗਾ। ਤੁਸੀਂ ਲੋਕਾਂ ਨੂੰ ਬੇਵਕੂਫ ਬਣਾਇਆ, ਆਪਣੇ ਸਾਥੀਆਂ ਨੂੰ ਬੇਵਕੂਫ ਬਣਾਇਆ। ਕੋਈ ਐਸਾ ਗੰਗਾ ਜਲ ਨਹੀਂ ਹੈ ਤੁਹਾਡੇ ਕੋਲ ਦੂਸਰੀਆਂ ਪਾਰਟੀਆਂ ਦੇ ਲੋਕ ਆ ਜਾਣ, ਉਹ ਇਮਾਨਦਾਰ ਹੋ ਜਾਣ, ਤੁਹਾਨੂੰ ਛੱਡ ਕੇ ਜਾਣ ਵਾਲੇ ਬੇਈਮਾਨ ਹੋ ਜਾਣ। ਤੁਸੀਂ ਅਗਰ ਇਮਾਨਦਾਰ ਹੋ, ਇਹਨਾਂ ਗੱਲਾਂ ਦਾ ਜਵਾਬ ਦਿਓ ਪਬਲਿਕਲੀ। ਔਰ ਮੈਂ ਪੱਤਰਕਾਰ ਭਾਈਚਾਰੇ ਨੂੰ ਵੀ ਕਹਿੰਦਾ, ਸਿਰਫ ਇਹਨਾਂ ਦੇ ਵਿਊਜ਼ ਔਰ ਲਾਈਵ ਹੋ ਕੇ ਬੋਲਣ ਦਾ ਜਿਹੜਾ ਇਹਨਾਂ ਦਾ ਬਿਲਕੁਲ ਬਾਈਕਾਟ ਕਰਨਾ ਚਾਹੀਦਾ, ਜਦ ਤੱਕ ਇਸ ਗੱਲ ਦਾ ਜਵਾਬ ਨਹੀਂ ਦਿੰਦੇ। ਕਮਲਜੀਤ ਸਿੰਘ ਕੜਵਲ, ਉਹ ਤਾਂ ਕਲਾਸਮੇਟ ਹੈ ਇਹਨਾਂ ਦਾ, ਜੁੰਡੀ ਦਾ ਯਾਰ ਆ ਉਹਨਾਂ ਦਾ, ਉਹਨੇ ਇਹਨਾਂ ਦੇ ਐਡੇ ਵੱਡੇ ਇਲਜ਼ਾਮ ਲਾਏ। ਉਹਨੇ ਇੱਥੋਂ ਤੱਕ ਕਿਹਾ ਗੁਰੂ ਘਰ 'ਚ ਖੜ ਕੇ ਸਹੁੰ ਖਾਵੇ, ਜਾਂ ਤਾਂ ਅਸੀਂ ਸਾਬਤ ਕਰਾਂਗੇ ਜਾਂ ਰਾਜਨੀਤੀ ਛੱਡ ਕੇ ਅਸੀਂ ਘਰੇ ਬਹਿ ਜਾਵਾਂਗੇ। ਮੈਂ ਵੀ ਇਹ ਦਾਅਵਾ ਕਰਦਾ, ਬੈਂਸ ਸਾਹਿਬ ਇਹਨਾਂ ਗੱਲਾਂ ਦਾ ਜਵਾਬ ਦੇ ਦਿਓ। ਅਗਰ ਤੁਸੀਂ ਇੱਕ ਵਾਰ ਵੀ ਜਵਾਬ ਦੇ ਦਿਓਗੇ, ਜਾਂ ਤਾਂ ਅਸੀਂ ਇਹਨੂੰ ਪਬਲਿਕਲੀ ਫਿਰ ਮਜਬੂਰੀ 'ਚ ਸਾਨੂੰ ਕਰਨਾ ਪਊਗਾ। ਠੀਕ ਹੈ, ਬਹੁਤ ਕਿਉਂਕਿ ਧੰਨਵਾਦ। ਵਿਭੀਸ਼ਣ ਕਹਿਣਾ ਚੰਗਾ ਵੀ ਹੁੰਦਾ, ਮਾੜਾ ਹੁੰਦਾ। ਮੈਂ ਯਾਰ ਗਦਾਰ ਨਹੀਂ ਕਰਨਾ ਚਾਹੁੰਦਾ, ਇੰਨੀ ਦੇਰ ਦੀ ਜਾਰੀ ਰਹੀ ਹੈ। ਪਰ ਰਾਵਣ ਨੂੰ ਮਾਰਨ ਲਈ ਵਿਭੀਸ਼ਣ ਦਾ ਹੋਣਾ ਨਿਯਮ ਲਿਖਿਆ ਗਿਆ ਸੀਗਾ, ਤੇ ਵਿਭੀਸ਼ਣ ਤਾਂ ਹੀ ਹੋਇਆ। ਅਗਰ ਵਿਭੀਸ਼ਣ ਨਾ ਹੁੰਦਾ ਨਾ ਤਾਂ ਰਾਵਣ ਮਰਦਾ ਨਹੀਂ ਸੀਗਾ। ਹੁਣ ਇਹ ਆਪਣੇ ਆਪ ਨੂੰ ਸਾਬਤ ਕਰਨਾ ਵੀ ਰਾਵਣ ਸੀ ਕਿ ਨਹੀਂ ਸੀ। ਬਹੁਤ ਧੰਨਵਾਦ ਸਮਾਂ ਦੇਣ ਵਾਸਤੇ। ਫਿਲਹਾਲ ਇਸ ਪੇਸ਼ਕਸ਼ 'ਚ ਇੰਨਾ ਹੀ। ਦੇਸਰਾਜ ਤੇ ਦਰਸ਼ਨ ਸਿੰਘ ਦਰਸ਼ੀ, ਕੈਮਰਾ ਪਰਸਨ ਦੇ ਨਾਲ ਸਿਮਰਨਜੋਤ ਸਿੰਘ, ਸ਼ੁਕਰੀਆ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ, ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।